देश दुनिया च वसते पंजाबियों को खुशामदीद। मैं हरजिंदर सिंह रंधावा, तुसीं देख रहे हो पंजाब टेलीविजन और मेरे नाल ने सीनियर जर्नलिस्ट सरदार हमीर सिंह जी और सरदार जगतार सिंह जी। मैं जी आया आपका। थैंक यू जी, शुक्रिया जी। अज एक अरसे बाद देश की पार्लीमेंट दे विच पंजाब और सिखां दा कोई सही प्रतिनिधित्व करता नजर आया, सही तर्जमानी करता नजर आया। हरसिमरत कौर बादल ने जिस तरीके नाल अज बेभरोसगी मते दे उत्ते गल रखी है, पॉइंट वाइज रखी है, सारियां गल्लां दे विच उन्हां दी एप्रीसीएशन तां बनदी है। शायद अकाली दल भी अज महसूस कर रहा होगा कि सचमुच इस स्टैंड की बहुत पहला जरूरत सी, लेकिन देर आए दुरुस्त आए। अज हरसिमरत कौर बादल ने पंजाब के मुद्दे, 84 के मुद्दे, सिख मुद्दे, बंदी सिखां के मुद्दे गल की करिए, थोड़े समय दे विच काफ़ी जोरदार ढंग नाल एडवोकेसी कीती आ इस खिते की। चलदे आ किहड़े किहड़े मुद्दों ते किवें बोले। अगला मामला अज राहुल गांधी संकट तो बाद पहली बारी बोले संसद दे विच। भावें शोर शराबा बहुत होया, पर जन्ना सटीक हमला राहुल गांधी ने भी बोलिया। ये भी देखने वाली गल है कि राहुल गांधी का कॉन्फिडेंस का पद्धर वधिया, उन्हां दा कॉन्फिडेंस वधिया होया, जां जिहड़ी उन्होंने यात्रा की है उहदे विचों लोक समर्थन ने उन्होंने तगड़ा किया है कि वो प्रॉपर लीडर वजों इमर्ज हो सकणगे, वो नरेंद्र मोदी का बदल हो सकणगे, अगले समय एक वड्डी परसनैलिटी विच बदल सकणगे। ये सवाल अहम आ। वैसे उन्होंने उत्ते इल्जाम भी औरत सांसदां ने लाया जिहड़ियां बीजेपी के बैंचां वल्लों सीगियां कि उन्होंने कुछ हरकतां अच्छियां नहीं कीतियां। इसे तरह राघव चड्ढे का मामला भी कल आया है और प्रिविलेज कमेटी वल गया। प्रिविलेज कमेटी कोल हुण राघव चड्ढा माफी मंगदे आ जां उन्हां नूं अपनी मैंबरी तो हथ धोना पैंदा। देखण वाली गल है क्योंकि राहुल गांधी नूं भी बहुत छेती आयोग घोषित किया गया सीगा। काफी चीज़ां इस तरह ਦੀਆਂ ਜਿਹੜੀਆਂ ਵਾਪਰ ਜਾਂਦੀਆਂ ਜਿਨ੍ਹਾਂ ਨੂੰ ਤੁਸੀਂ ਕਿਆਸਿਆ ਨਹੀਂ ਹੁੰਦਾ, ਇੱਥੇ ਵਾਪਰਦੀਆਂ ਨੇ। ਤੇ ਆਖਰ ਦੇ ਵਿੱਚ ਜਾਵਾਂਗੇ ਜਦੋਂ ਇੱਕ ਪਾਸੇ ਹਰਸਿਮਰਤ ਕੌਰ ਬਾਦਲ ਅਕਾਲੀ ਦਲ ਦੇ ਨਜ਼ਰੀਏ ਤੋਂ ਇੱਕ ਬਿਹਤਰ ਪਰਫਾਰਮੈਂਸ ਦੇ ਰਹੇ ਸੀਗੇ, ਉਸੇ ਵੇਲੇ ਲੰਘੇ ਦਿਨ ਅਕਾਲੀ ਦਲ ਦੀਆਂ ਬੀਬੀਆਂ ਨੇ ਜੋ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਮੁੱਦੇ ਰੱਖੇ ਆ, ਮੇਰਾ ਖਿਆਲ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਜੀਵਨ 'ਚ ਪਹਿਲੀ ਵਾਰੀ ਉਹਨਾਂ ਨੂੰ ਇੰਨੀ ਆਲੋਚਨਾ ਔਰ ਇੰਨਾ ਸ਼ੀਸ਼ਾ ਦੇਖਿਆ ਹੋਵੇ। ਜਿਹੜੀ ਛਣ ਕੇ ਚੀਜ਼ ਬਾਹਰ ਆ ਰਹੀ ਹੈ ਕਿ ਬੀਬੀਆਂ ਨੇ 3 ਘੰਟੇ ਵਿੱਚ ਅਕਾਲੀ ਪੋਲਿਟਿਕਸ ਦਾ ਇੱਕ ਪਹਿਲੂ ਸਾਹਮਣੇ ਰੱਖਿਆ ਔਰ ਜਿਹੜੀਆਂ ਗੱਲਾਂ ਪ੍ਰੌਡ ਲੀਡਰਸ਼ਿਪ ਨਹੀਂ ਕਰ ਸਕੀ, ਸਰਦਾਰ ਹਮੀਰ ਸਿੰਘ ਤੁਹਾਡੇ ਨਾਲ ਸਾਂਝ ਪਵਾਉਣਗੇ ਕਿ ਜਿਹੜੀ ਗੱਲ ਬਾਹਰ ਨਿਕਲ ਕੇ ਆਈ ਆ ਉਹਦੇ ਵਿੱਚ ਅਕਾਲੀ ਦਲ ਨੂੰ ਮੁੜ ਸੰਜੀਵ ਕਰਨ ਦਾ ਮਾਮਲਾ ਬੜਾ ਅਹਿਮ ਆ। ਬੀਬੀਆਂ ਨੇ ਜਦੋਂ ਲੀਕ ਮਾਰ ਕੇ ਕਿਹਾ ਕਿ ਸਾਨੂੰ ਕਿਸੇ ਅਹੁਦੇ ਦੀ ਲੋੜ ਨਹੀਂ ਔਰ ਅਸੀਂ ਕਿਸੇ ਅਹੁਦੇ ਲਈ ਨਹੀਂ ਲੜ ਰਹੀਆਂ, ਤੇ ਤੁਸੀਂ ਆਫਰ ਕਰਕੇ ਵੀ ਦੇਖੋ ਸਾਡੇ ਚੋਂ ਇੱਕ ਵੀ ਸਵੀਕਾਰ ਨਹੀਂ ਕਰੇਗੀ ਕੋਈ ਅਹੁਦਾ। ਸਾਡੀ ਲੜਾਈ ਪਰੰਪਰਾਵਾਂ ਦੀ ਲੜਾਈ ਆ, ਪਾਰਟੀ ਦੀ ਸੁਰਜੀਤੀ ਦੀ ਲੜਾਈ ਆ, ਹੋਂਦ ਦੀ ਲੜਾਈ ਆ, ਜਿਉਂਦੇ ਰਹਿਣ ਦੀ ਲੜਾਈ ਆ, ਇਸ ਵਿਚਾਰਧਾਰਾ ਦੀ, ਇਸ ਖਿੱਤੇ ਦੀ, ਪਾਰਟੀ ਦੀ। ਬੜੀਆਂ ਦਿਲਚਸਪੀਆਂ ਨੇ, ਬੜੀਆਂ ਅਹਿਮ ਗੱਲਾਂ ਨੇ। ਸਭ ਤੋਂ ਪਹਿਲਾਂ ਸਰਦਾਰ ਜਗਤਾਰ ਸਿੰਘ ਜੀ, ਹਰਸਿਮਰਤ ਕੌਰ ਨੂੰ ਬੋਲਦਿਆਂ ਸੁਣਿਆ, ਤੁਸੀਂ ਰਾਹੁਲ ਗਾਂਧੀ ਨੂੰ ਬੋਲਦਿਆਂ ਸੁਣਿਆ। ਮੈਂ ਚਾਹੂੰਗਾ ਕਿ ਹਰਸਿਮਰਤ ਦੇ ਨਜ਼ਰੀਏ ਤੋਂ ਜਿਹੜੀ ਪੰਜਾਬ ਦੀ ਤਰਜਮਾਨੀ ਹੋਈ ਆ, ਸਿੱਖ ਕੌਮ ਦੀ ਪ੍ਰਤੀਨਿਧਤਾ ਹੋਈ ਆ, ਇਹਦੇ ਨਾਲ ਜਰਾ ਸਾਂਝ ਪਵਾ ਦਿਓ। ਆਪਾਂ ਪਹਿਲਾਂ ਗੱਲ ਬੀਬੀ ਹਰਸਿਮਰਤ ਕੌਰ ਬਾਦਲ ਦੀ ਕਰਾਂਗੇ, ਰਾਹੁਲ ਗਾਂਧੀ ਹੋਰਾਂ ਦੀ ਗੱਲ ਆਪਾਂ ਬਾਅਦ ਦੇ ਵਿੱਚ ਕਰਾਂਗੇ। ਬੜੇ ਚਿਰਾਂ ਬਾਅਦ ਕਿਸੇ ਅਕਾਲੀ ਲੀਡਰ ਨੇ ਪੰਜਾਬ ਦੇ ਇਸ਼ੂਜ਼ ਆਲਮੋਸਟ ਸਾਰੇ ਹੀ ਟੱਚ ਕੀਤੇ ਜੀ। ਮੈਡਮ ਹਰਸਿਮਰਤ ਦਾ ਜਿਹੜਾ ਕੰਟੈਂਟ ਸੀ ਅੱਜ ਸਪੀਚ ਦਾ, ਉਹ ਬਿਲਕੁਲ ਟੂ ਦੀ ਪੁਆਇੰਟ ਸੀਗਾ। ਮਸਲਨ ਉਹਨਾਂ ਨੇ ਗੱਲ ਸ਼ੁਰੂ ਕੀਤੀ ਨਵੰਬਰ 1984 ਤੋਂ ਕਰਨੀ ਬਣਦੀ ਸੀਗੀ, ਕਿਉਂਕਿ ਅੱਜ ਤੱਕ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ। ਜਦੋਂ ਆਪਾਂ ਮਨੀਪੁਰ ਦੀ ਗੱਲ ਕਰਦੇ ਹਾਂ ਨਾ, ਨਫ਼ਰਤ ਦੀ ਸਿਆਸਤ ਦੀ, ਤੇ ਉਹਦੇ ਵਿੱਚ ਸਾਨੂੰ ਪਿੱਛੇ ਬਿਲਕੁਲ ਨਵੰਬਰ 84 ਦੇ ਵਿੱਚ ਜਾਣਾ ਪਏਗਾ। ਉਹਦੇ ਜਾਏ ਬਿਨਾਂ ਗੱਲ ਇਹ ਹੋ ਨਹੀਂ ਸਕਦੀ ਤੇ ਨਾ ਹੀ ਸਮਝ ਆਉਂਦੀ ਹੁੰਦੀ ਹੈ। ਸੋ ਉਹਨਾਂ ਨੇ ਇਹ ਗੱਲ ਬਹੁਤ ਵਧੀਆ ਕੀਤੀ ਕਿ ਰਾਹੁਲ ਗਾਂਧੀ ਨੂੰ ਨੇ ਭਾਰਤ ਜੋੜੋ ਯਾਤਰਾ ਕੀਤੀ ਤੇ ਉਹਨੂੰ ਦਿੱਲੀ ਦੇ ਵਿੱਚ ਜਿਹੜੀ ਵਿਧਵਾ ਕਲੋਨੀ ਜਾਣੀ ਜਾਂਦੀ ਹੈ ਇੱਕ ਏਰੀਆ, ਉੱਥੇ ਵੀ ਆਪਦੀ ਯਾਤਰਾ ਕਰਨੀ ਚਾਹੀਦੀ ਸੀ। ਬਿਲਕੁਲ ਦਰੁਸਤ ਗੱਲ ਹੈ ਉਹਨਾਂ ਦੀ। ਸੋ ਇਸ ਤਰ੍ਹਾਂ ਉਹਨਾਂ ਨੇ ਸਾਰੇ ਇਸ਼ੂ 1 ਬਾਈ 1 ਪਿਕਅਪ ਕੀਤੇ ਹੈ ਟੂ ਦੀ ਪੁਆਇੰਟ। ਕਿਵੇਂ ਪੰਜਾਬ ਨੂੰ ਐਕਸਪੈਂਡ ਕੀਤਾ ਗਿਆ ਹੈ ਓਵਰ ਦੀ ਈਅਰਸ, ਕਿਵੇਂ ਪੰਜਾਬ ਦੇ ਲੋਕਾਂ ਦੀਆਂ ਕੁਰਬਾਨੀਆਂ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਜ਼ਿਆਦਾ ਸੀ, ਲੇਕਿਨ ਪੰਜਾਬ ਦੇ ਨਾਲ ਕਿਵੇਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ। ਤੇ ਅੱਜ ਉਹਨਾਂ ਨੇ ਜਿਹੜੀ ਪ੍ਰੋਪਰ ਅਕਾਲੀ ਦਲ ਦੀ ਲਾਈਨ ਸੀ, ਲਗਾਤਾਰ ਦਹਾਕਿਆਂ ਤੋਂ ਚੱਲਦੀ ਆ ਰਹੀ ਸੀ ਪਹਿਲਾਂ, ਉਹ ਤੇ ਬਿਲਕੁਲ ਫਰੇਮਵਰਕ ਦੇ ਵਿੱਚ ਆਪਣੀ ਗੱਲ ਕੀਤੀ ਹੈ
ਕਿ ਕਿਵੇਂ ਪੰਜਾਬ ਨੂੰ 66 ਦੇ ਵਿੱਚ ਚੰਡੀਗੜ੍ਹ ਤੋਂ ਵਾਂਝਾ ਕੀਤਾ ਗਿਆ, ਕਿਵੇਂ ਇਹਦੇ ਪਾਣੀਆਂ ਦੀ ਲੁੱਟ ਕੀਤੀ ਗਈ ਤੇ ਅੱਜ ਪੰਜਾਬ ਦੇ ਨਾਲ ਕੀ ਹੋ ਰਿਹਾ, ਉਹਨਾਂ ਨੇ ਸਾਰੀਆਂ ਗੱਲਾਂ ਕੀਤੀਆਂ। ਐਪਰੀਸ਼ੀਏਬਲ ਉਹਨਾਂ ਦਾ ਸਟੈਂਡ ਸੀਗਾ। ਜੇ ਥੋੜ੍ਹੇ ਜਿਹੇ ਠਰਾਮੇ ਨਾਲ ਗੱਲ ਕਰਨ ਤੇ ਮੇਰਾ ਖਿਆਲ ਹੈ ਉਹਨਾਂ ਦਾ ਪੁਆਇੰਟ ਪ੍ਰੋਪਰਲੀ ਢੰਗ ਨਾਲ ਕਨਵੇ ਹੁੰਦਾ ਹੈ। ਸਮੱਸਿਆ ਡਿਲੀਵਰੀ ਦੀ ਚਲੋ ਉਹਨਾਂ ਦਾ ਸਟਾਈਲ ਹੈ, ਗੱਲ ਵੱਖਰੀ ਹੈਗੀ ਹੈ, ਲੇਕਿਨ ਬੇਸਿਕ ਗੱਲ ਹੁੰਦੀ ਹੈ ਵੀ ਕੰਟੈਂਟ ਕੀ ਹੈ। ਕੰਟੈਂਟ ਉਹਨਾਂ ਦਾ ਥਰਸਟ ਬਿਲਕੁਲ ਠੀਕ ਸੀ ਤੇ ਉਹਨਾਂ ਨੇ ਇਕੁਅਲੀ ਇਸ ਨੋ ਕੌਨਫੀਡੈਂਸ ਮੋਸ਼ਨ ਤੇ ਬੋਲਦੇ ਆ ਕਾਂਗਰਸ ਤੇ ਬੀਜੇਪੀ ਦੋਵਾਂ ਨੂੰ ਬਰਾਬਰ ਠੋਕਿਆ ਉਹਨਾਂ ਨੇ, ਕਿਉਂਕਿ ਇਸ ਵਾਰ ਜਿਹੜੀ ਅਕਾਲੀ ਦਲ ਦੀ ਲਾਈਨ ਹੈ, ਨਾ ਤਾਂ ਉਹ ਜਿਹੜੀ ਇਹ ਨਵੀਂ ਅਲਾਇੰਸ ਇੰਡੀਆ ਬਣੀ ਉਹਦਾ ਪਾਰਟ ਹੈ ਤੇ ਐਨਡੀਏ ਵਿੱਚੋਂ ਤਾਂ 2020 ਚੋਂ ਨਿਕਲ ਆਏ ਸੀਗੇ। ਸੋ ਅਕਾਲੀ ਦਲ ਆਪਣੇ ਆਪ ਨੂੰ ਇੰਡੀਪੈਂਡੈਂਟ ਲਾਈਨ ਲੈ ਕੇ ਚੱਲ ਰਿਹਾ। ਭਾਵੇਂ ਅਸੀਂ ਇਹ ਪਰਸਨਲੀ ਇਹ ਗੱਲ ਕਹਿੰਦੇ ਹਾਂ ਲਗਾਤਾਰ ਹੀ ਕਿ ਅਕਾਲੀ ਦਲ ਨੂੰ ਆਪਣੇ ਆਪ ਨੂੰ ਨੈਸ਼ਨਲ ਮੇਨ ਸਟ੍ਰੀਮ ਤੋਂ ਐਲੀਨੇਟ ਨਹੀਂ ਸੀ ਕਰਨਾ ਚਾਹੀਦਾ, ਕਿਉਂਕਿ ਹਮੇਸ਼ਾ ਹੀ ਅਕਾਲੀ ਦਲ ਨੈਸ਼ਨਲ ਪੋਲੀਟੀਕਲ ਡਿਸਕੋਰਸ ਦਾ ਪਾਰਟ ਰਿਹਾ ਹੈ। ਉਹ ਇੱਕ ਇਸ਼ੂ ਵੱਖਰਾ ਹੈ। ਅੱਜ ਆਪਾਂ ਸਿਰਫ ਤੇ ਸਿਰਫ ਬੀਬੀ ਹਰਸਿਮਰਤ ਕੌਰ ਬਾਦਲ ਦੀ ਜਿਹੜਾ ਸਪੀਚ ਹੈ, ਅੱਜ ਆਪਾਂ ਸਿਰਫ ਉਹਦੀ ਗੱਲ ਕਰ ਰਹੇ ਹਾਂ। ਬਰਾਡਰ ਅਕਾਲੀ ਸਿਆਸਤ ਦੀ ਗੱਲ ਮੈਂ ਅੱਜ ਨਹੀਂ ਕਰੂੰਗਾ। ਸੋ ਉਸ ਕੰਟੈਕਸਟ ਦੇ ਵਿੱਚ ਮੇਰਾ ਖਿਆਲ ਹੈ ਇਹਨਾਂ ਨੇ ਸਪੀਚ ਪ੍ਰੋਪਰ ਢੰਗ ਨਾਲ ਹਰ ਪੁਆਇੰਟ ਠੀਕ ਢੰਗ ਦੇ ਨਾਲ ਇਹਨਾਂ ਨੇ ਕਨਵੇ ਕੀਤਾ ਹੈ। ਦੂਜੀ ਗੱਲ ਮੈਂ ਹੁਣ ਜੇ ਕਹੋ ਤਾਂ ਮੈਂ ਰਾਹੁਲ ਗਾਂਧੀ ਨਾਲ ਹੀ ਸ਼ੁਰੂ ਕਰ ਦਿੰਦਾ। ਨਹੀਂ, ਅਸੀਂ ਉੱਤੇ ਆ ਜਾਂਦੇ ਸਰਦਾਰ ਹਰਮੀਤ ਸਿੰਘ ਹੋਰਾਂ ਨੂੰ ਇੱਕ ਵਾਰੀ ਨਾਲ ਲੈ ਲਈਏ, ਹਰਸਿਮਰਤ ਕੌਰ ਅਕਾਲੀ ਦਲ ਦੇ ਸਟੈਂਡ ਦੇ ਨਜ਼ਰੀਏ ਤੋਂ, ਫਿਰ ਆਪਾਂ ਅੱਗੇ ਚੱਲਦੇ ਹਾਂ। ਤੁਸੀਂ ਜਿਹੜੀ ਗੱਲ ਕੀਤੀ ਹੈ ਬਿਲਕੁਲ ਠੀਕ ਹੈ ਕਿ ਜੇ ਉਹ ਠਰਮੇ ਨਾਲ ਬੋਲਣ, ਪਰ ਮੈਨੂੰ ਲੱਗਦਾ ਸਮਾਂ ਇੰਨਾ ਘੱਟ ਸੀਗਾ ਕਿ ਜੇਕਰ ਉਹ ਇੰਨੀ ਤੇਜ਼ੀ ਨਾਲ ਔਰ ਇੰਨੇ ਜ਼ੋਰਦਾਰ ਤਰੀਕੇ ਨਾਲ ਆਪਣੀ ਗੱਲ ਨਾ ਰੱਖਦੇ ਤੇ ਸ਼ਾਇਦ ਗੱਲ ਪੂਰੀ ਵੀ ਨਹੀਂ ਸੀ ਹੋ ਸਕਣੀ। ਅਜੇ ਵੀ ਉਹਨਾਂ ਦੀ ਗੱਲ ਪੂਰੀ ਹੋਣ ਦੇ ਵਿੱਚ ਸਮਾਂ ਸੀ ਜਦੋਂ ਦੂਜੇ ਵਕਤਾ ਉੱਠ ਕੇ ਬੋਲਣ ਲੱਗ ਗਏ। ਸਰਦਾਰ ਹਰਮੀਤ ਸਿੰਘ ਜੀ, ਹਰਸਿਮਰਤ ਕੌਰ ਬਾਦਲ ਤਿਆਰੀ ਕਰਕੇ ਆਏ ਹੋਏ ਸੀ ਔਰ ਉਹਨਾਂ ਨੇ ਹਰ ਨੁਕਤੇ ਨੂੰ ਲਿਖਿਆ ਹੋਇਆ ਸੀ, ਪਹਿਲਾਂ ਤੋਂ ਡਿਲੀਵਰ ਵੀ ਪ੍ਰੋਪਰ ਕੀਤਾ ਹੈ। ਔਰ ਮੈਂ ਤੁਹਾਡੇ ਤੋਂ ਇਹ ਸਮਝਣਾ ਚਾਹੁੰਦਾ ਹੈ ਕਿ ਜੇ ਅਕਾਲੀ ਦਲ ਅੱਜ ਇਸ ਤਰ੍ਹਾਂ ਦੇ ਸਟੈਂਡ ਤੇ ਖੜਾ ਹੈ, ਜਿਹੜਾ ਸਟੈਂਡ ਪੰਜਾਬ ਲਈ ਬਹੁਤ ਜ਼ਰੂਰੀ ਆ, ਸਿੱਖਾਂ ਲਈ ਬਹੁਤ ਜ਼ਰੂਰੀ ਹੈ। ਜਦੋਂ ਤੁਸੀਂ ਵਿਡੋ ਕਲੋਨੀ ਦੀ ਗੱਲ ਕਰਦੇ ਹੋ, ਬੰਦੀ ਸਿੱਖਾਂ ਦੀ ਗੱਲ ਕਰਦੇ ਹੋ, ਤੁਸੀਂ ਪੰਜਾਬੀ ਬੋਲਦੇ ਇਲਾਕੇ ਜਿੱਦਾਂ ਕੱਢੇ ਗਏ ਉਹਨਾਂ ਦੀ ਗੱਲ ਕਰਦੇ ਹੋ, ਰਾਜਧਾਨੀ ਦੀ ਗੱਲ ਕਰਦੇ ਹੋ, ਹਰਿਆਣੇ ਨੂੰ ਰਾਜਧਾਨੀ ਲਈ ਜ਼ਮੀਨ ਦੇਣ ਦੀ ਗੱਲ ਕਰਦੇ ਹੋ, ਮੇਰਾ ਨਹੀਂ ਖਿਆਲ ਕਿ ਕੋਈ ਪੱਖ ਅਛੂਤਾ ਰਿਹਾ ਔਰ ਜ਼ੋਰਦਾਰ ਤਰੀਕੇ ਨਾਲ ਇਹ ਰੱਖੇ ਗਏ ਨੇ। ਮੈਨੂੰ ਲੱਗਦਾ ਜੇ ਅਕਾਲੀ ਦਲ ਸਿਧਾਂਤਕ ਤੌਰ ਤੇ ਹੁਣ ਇਹਨਾਂ ਤੇ ਪਹਿਰਾ ਦੇਵੇ, ਬਜਾਏ ਇਹਦੇ ਕਿ ਅੱਜ ਉਹ ਇਹ ਥੋੜੇ ਜਿਹੇ ਪੀਰੀਅਡ ਦੇ ਵਿੱਚ ਆਪਣੀ ਗੱਲ ਰੱਖ ਕੇ ਸੰਤੁਸ਼ਟੀ ਹਾਸਲ ਕਰਨ ਦੀ ਬਜਾਏ ਲੜਨਾ ਸ਼ੁਰੂ ਕਰੇ, ਤਾਂ ਜਦੋਂ ਕਾਂਗਰਸ ਔਰ ਆਮ ਆਦਮੀ ਪਾਰਟੀ ਦਾ ਗੱਠਜੋੜ ਹੋਣ ਦੀ ਗੱਲ ਹੋ ਰਹੀ ਆ, ਕੇਜਰੀਵਾਲ ਚਿੱਠੀ ਲਿਖ ਰਹੇ ਮਨਮੋਹਨ ਸਿੰਘ ਨੂੰ, ਡਾਕਟਰ ਮਨਮੋਹਨ ਸਿੰਘ ਨੂੰ ਉਹ ਚਿੱਠੀ ਲਿਖ ਰਹੇ ਆ ਰਾਹੁਲ ਗਾਂਧੀ ਨੂੰ ਕੱਲ ਦੇ ਸਮਰਥਨ ਲਈ ਔਰ ਉਹਨਾਂ ਦਾ ਆਭਾਰ ਵਿਅਕਤ ਕਰ ਰਹੇ ਆ, ਇਹ ਗੱਠਜੋੜ ਬਣ ਰਿਹਾ, ਤਾਂ ਪੰਜਾਬ ਦੇ ਵਿੱਚ ਕੁਦਰਤੀ ਤੌਰ ਤੇ ਜਿਹੜਾ ਸਾਹਮਣਾ ਉਹ ਅਕਾਲੀ ਦਲ ਨਾਲ ਹੋਣ ਵਾਲਾ। ਬੀਜੇਪੀ ਭਾਵੇਂ ਜ਼ੋਰ ਲਾ ਲੇ, ਲੇਕਿਨ ਅਲਟੀਮੇਟਲੀ ਇੱਥੇ ਦੀ ਸੱਤਾ ਨੇ ਖਹਿੜਾ ਜਾ ਕੇ ਅਕਾਲੀ ਦਲ ਨਾਲ। ਅਕਾਲੀ ਦਲ ਕੋਲ ਸਰਵਾਈਵਲ ਦੇ ਰਿਵਾਈਵਲ ਦੇ ਮੌਕੇ ਹੈਗੇ ਆ ਔਰ ਉਹਦੇ ਵਿੱਚ ਜੇਕਰ ਇਹ ਅੱਜ ਵਾਲੇ ਸਟੈਂਡ ਨੂੰ ਮੁੜ ਕੇ ਅੱਗੇ ਵਧਾ ਲੈਣ ਤਾਂ ਇਹਨਾਂ ਨੂੰ ਕਾਫੀ ਫਾਇਦਾ ਹੋ ਸਕਦਾ। ਲੀਡਰਸ਼ਿਪ ਦਾ ਸੰਕਟ ਜ਼ਰੂਰ ਆ, ਸੋ ਮੈਂ ਚਾਹੂੰਗਾ ਕਿ ਹਰਸਿਮਰਤ ਵਾਲੀ ਗੱਲ ਨੂੰ ਤੁਸੀਂ ਜ਼ਰੂਰ ਅੱਗੇ ਵਧਾ ਦਿਓ। ਅਸਲ ਦੇ ਵਿੱਚ ਇੱਕ ਗੱਲ ਹੈ ਕਲੀਅਰ ਕਿ ਅਕਾਲੀ ਦਲ ਦੀ ਮੇਨ ਪੋਲਿਟਿਕਸ ਕੀ ਹੈ, ਸਟ੍ਰੈਟਜੀਕਲ ਅਪਰੋਚ ਕੀ ਹੈ। ਬੇਸਿਕਲੀ ਜਿਹੜੀ ਅਕਾਲੀ ਦਲ ਮੁੱਢਲੇ ਰੂਪ ਦੇ ਵਿੱਚ ਸੀ, ਜਿਹੜਾ ਉਹਦੀਆਂ ਅਜਲਾਸਾਂ ਦੇ ਵਿੱਚ, ਉਹਦੀਆਂ ਕਾਨਫਰੰਸਾਂ ਦੇ ਵਿੱਚ ਜੋ ਪਾਸ ਹੁੰਦਾ ਰਿਹਾ ਕਿ ਆਹ ਚੀਜ਼ਾਂ ਨੇ, ਮੈਂ ਇਸ ਪਾਸੇ ਬਾਰੇ ਚੱਲਣਾ, ਔਰ ਉਹਦੇ ਨਾਲ ਇੱਕ ਮਾਈਂਡਸੈਟ ਬਣਦਾ ਸਮੁੱਚੀ ਲੀਡਰਸ਼ਿਪ ਦਾ, ਸਮੁੱਚੇ ਵਰਕਰਾਂ ਦਾ, ਕੇਡਰ ਦਾ। ਫਿਰ ਉਹਨੂੰ ਪ੍ਰਚਾਰਦੇ ਨੇ ਤੇ ਫਿਰ ਇੱਕ ਬੁਲੰਦ ਆਰਗੇਨਾਈਜੇਸ਼ਨ ਖੜੀ ਹੁੰਦੀ ਹੈ ਤੇ ਬਾਕੀ ਦੀਆਂ ਚੀਜ਼ਾਂ ਹੁੰਦੀਆਂ ਨੇ। ਪਿਛਲੇ ਕਾਫੀ ਸਮੇਂ ਤੋਂ ਜਿਹਦਾ ਹਰਸਿਮਰਤ ਕੌਰ ਬਾਦਲ ਨੇ ਵੀ ਜ਼ਿਕਰ ਕੀਤਾ ਕਿ ਜਦ ਬੀਜੇਪੀ ਨੂੰ ਕੋਈ ਨੇੜਿਓਂ ਵੀ ਸੂਹਣ ਲਈ ਤਿਆਰ ਨਹੀਂ ਸੀਗਾ ਤੇ ਉਦੋਂ ਪ੍ਰਕਾਸ਼ ਸਿੰਘ ਬਾਦਲ ਨੇ ਤੁਹਾਡੇ ਨਾਲ ਹੱਥ ਮਿਲਾਇਆ ਤੇ ਇੱਕ ਤਾਨਾ ਟਾਈਪ ਵੀ ਮਾਰਿਆ, ਨਹੋਰਾ ਜਿਹੜਾ ਹੁੰਦਾ ਹੈ ਵੀ ਤੁਸੀਂ ਫਿਰ ਵੀ ਸਾਡੇ ਨਾਲ ਕੁਝ ਨਹੀਂ ਕੀਤਾ ਉਸ ਪੱਧਰ ਦੇ ਉੱਤੇ। ਹੁਣ ਸਵਾਲ ਇਹ ਹੈ ਕਿ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਚਾਹੇ ਦਰਬਾਰ ਸਾਹਿਬ ਤੇ ਹਮਲੇ ਦਾ ਸਵਾਲ ਸੀ, ਚਾਹੇ ਬਾਕੀ ਸੀ, ਕੋਈ ਨੈਸ਼ਨਲ ਪਾਰਟੀ ਨਹੀਂ ਸੀ ਜਿਹੜੀ ਗਵਰਨਮੈਂਟ ਆਫ ਇੰਡੀਆ ਦੇ ਨਾਲ ਨਾ ਖੜੀ ਹੋਵੇ, ਉਦੋਂ ਜਿਹੜੀ ਦੂਜੇ ਪਾਸੇ ਖੜੀ ਹੋਵੇ ਦੇਸ਼ ਦੀ ਕੋਈ ਨੈਸ਼ਨਲ ਪਾਰਟੀ। ਉਹਦਾ ਰੀਜਨ ਇਹ ਹੈ ਕਿ ਉਹਨਾਂ ਨੂੰ ਲੱਗਦਾ ਸੀ ਵੀ ਐ ਅੱਤਵਾਦ ਉੱਥੇ ਹੋ ਗਿਆ ਜੀ, ਇਹਨੂੰ ਆਪਾਂ ਇਹੀ ਭਜਾਉਣਾ ਹੈ, ਆਹੀ ਤਰੀਕਾ ਹੈ। ਬੀਜੇਪੀ ਤਾਂ ਸਗੋਂ ਜ਼ੋਰ ਲਾਇਆ, ਉਹਨਾਂ ਨੇ ਤਾਂ ਅਡਵਾਨੀ ਸਾਹਿਬ ਆਪਣੀ ਕਿਤਾਬ 'ਚ ਲਿਖਦੇ ਨੇ ਕਿ ਉਹਨਾਂ ਨੇ ਤਾਂ ਇਨਫੋਰਸ ਕੀਤਾ ਹੈ ਇੰਦਰਾ ਗਾਂਧੀ ਨੂੰ ਕਿ ਤੂੰ ਇਸ ਪਾਸੇ ਵੱਲ ਜਾ। ਉਹ ਸਾਰਾ ਤਾਂ ਹੋਇਆ ਸੀ ਉਸ ਤੋਂ ਬਾਅਦ, ਪਰ ਪੋਲੀਟੀਕਲ ਕੰਪਲਸ਼ਨ ਜਿਹਦੇ ਵਿੱਚ ਅਕਾਲੀ ਦਲ ਨੇ ਆਪਣਾ ਇੱਕ ਰਸਤਾ ਚੁਣਿਆ ਉਹ ਸਾਰੇ ਮਾਮਲੇ ਤੋਂ ਬਾਅਦ ਲਗਾਤਾਰ ਬੀਜੇਪੀ ਨਾਲ ਇੱਕ ਅਪਰੋਚ ਲਈ। ਫਿਰ ਲਗਾਤਾਰ ਜਿੰਨਾ ਚਿਰ ਅਕਾਲੀ ਦਲ 1996 ਤੋਂ ਲੈ ਕੇ
ਜਿੰਨਾ ਚਿਰ 2020 ਤੱਕ 3 ਕਿਸਾਨ ਬਿੱਲਾਂ ਤੇ ਵਿਡਰਾ ਨਹੀਂ ਕੀਤਾ, ਉਦੋਂ ਤੱਕ ਅਕਾਲੀ ਦਲ ਨੇ ਆਪਣੀ ਬੇਸਿਕ ਅਪਰੋਚ ਮੇਰਾ ਖਿਆਲ ਹੈ ਸਾਈਡ ਲਾਈਨ ਕੀਤੀ। 84 ਬਿਲਕੁਲ ਹਰ ਵਾਰ ਗੱਲ ਕਰਨੀ ਚਾਹੀਦੀ ਹੈ, ਪਰ ਉਹਦੇ ਵਿੱਚ ਗੁਜਰਾਤ ਵੀ ਆਇਆ, ਗੁਜਰਾਤ ਉਹਦੇ ਵਿੱਚ ਬਾਬਰੀ ਮਸਜਿਦ ਵੀ ਆਉਂਦੀ ਆ, ਅੱਗੇ ਤੇ ਅੱਗੇ ਚਾਹੇ ਪੁਰਾਣਾ ਹੋ ਗਿਆ ਸੀ 92 ਚ, ਉਹਦੇ ਚ ਬਾਕੀ ਘਟਨਾਵਾਂ ਵੀ ਆਉਂਦੇ, ਉਹਦੇ ਚ ਜੰਮੂ ਕਸ਼ਮੀਰ ਵੀ ਆਇਆ, ਉਹਦੇ ਚ NIA ਤੇ UAPA ਵੀ ਆਏ, ਉਹਦੇ ਚ ਡਿਫਰੈਂਟ ਟਾਈਪ ਦੀਆਂ ਚੀਜ਼ਾਂ, ਸ਼ਾਹੀਨ ਬਾਗ ਦਾ ਮੋਰਚਾ ਵੀ ਆਇਆ, ਇਹ ਸਾਰੀਆਂ ਗੱਲਾਂ ਆਈਆਂ। ਤੇ ਉਦੋਂ ਉਹ ਨਹੀਂ, ਅੱਜ ਦੀ ਜਿਹੜੀ ਹਰਸਿਮਰਤ ਕੌਰ ਬਾਦਲ ਦਾ ਨਜ਼ਰੀਆ ਇਹ ਬਿਲਕੁਲ ਉਹ ਪੁਰਾਣੇ ਨਜ਼ਰੀਏ ਤੋਂ ਅਲੱਗ ਨਜ਼ਰ ਆ ਰਿਹਾ। ਜਿਵੇਂ ਐ ਲੱਗਦਾ ਹੁੰਦਾ ਕਿ ਅਕਾਲੀ ਦਲ ਡਿਟਰਮਿੰਡ ਹੋ ਗਿਆ, ਹੁਣ ਵੀ ਉਹ ਐ ਤਾਂ ਚੱਲਣਾ ਨਹੀਂ, ਹਬ ਨਬੇ ਨਾਲ ਕੋਈ ਕਲੀਅਰ ਲਾਈਨ ਲੈਣੀ ਪਏਗੀ। ਮੈਨੂੰ ਨਹੀਂ ਪਤਾ ਕਿ ਕਲੀਅਰ ਪਾਰਟੀ ਦੀ ਅਪਰੋਚ ਹੈ ਜਾਂ ਉਹਨਾਂ ਨੇ ਆਪਣੇ ਢੰਗ ਨਾਲ ਕੋਈ ਗੱਲ ਕਰਕੇ ਉੱਥੇ ਗੱਲ ਕੀਤੀ ਹੈ। ਪਾਰਟੀ ਦੀ ਅਪਰੋਚ ਤਾਂ ਹੋਵੇ, ਕੋਈ ਮੀਟਿੰਗ ਤਾਂ ਹੋਈ ਨਹੀਂ ਵੱਡੀ ਪਾਰਟੀ ਦੀ, ਕੋਈ ਇਜਲਾਸ, ਕੋਈ ਕਾਨਫਰੰਸ ਵੀ ਪਿਛਲੇ ਸਾਲ ਕਾਫੀ ਲੰਮੇ ਸਮੇਂ 'ਚ ਨਹੀਂ ਹੋਈ, ਉਹ ਤਾਂ ਨਹੀਂ ਪਤਾ ਕਿ ਉਹ ਕਿਵੇਂ ਹੋਏਗੀ ਉਸ ਪੱਧਰ ਦੇ ਉੱਤੇ ਜਾ ਕੇ, ਕਿਉਂਕਿ ਪਾਰਟੀ ਦੇ ਵਿੱਚ ਅਜੇ ਬਖਰੇਮਾ ਹੈ, ਕੋਈ ਬੀਜੇਪੀ ਨਾਲ ਜਾਣ ਵਾਲਾ ਵੀ ਹੈ ਤੇ ਕੋਈ ਬੀਜੇਪੀ ਨਾਲ ਨਾ ਜਾਣ ਵਾਲੇ ਵੀ ਨੇ, ਅਜੇ ਉਸ ਲੈਵਲ ਦੀ ਗੱਲ। ਪਰ ਜਿਹੜੇ ਇਸ਼ੂ ਸੀ ਜਿਨ੍ਹਾਂ ਤੋਂ ਲੋਕ ਉਮੀਦ ਕਰਦੇ ਨੇ ਕਿ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਨੂੰ ਜਾਂ ਅਕਾਲੀ ਦਲ ਦੇ ਆਗੂਆਂ ਨੂੰ, ਇਕੱਲੇ ਮੈਂਬਰ ਪਾਰਲੀਮੈਂਟ ਵੀ ਕਿਉਂ, ਜਿਹੜਾ ਵੀ ਆਗੂ ਹੈ, ਜਦੋਂ ਬੋਲਦੇ ਨੇ, ਜਦੋਂ ਸਟੈਂਡ ਲੈਂਦੇ ਨੇ, ਉਹ ਆਪਣੀ ਫਿਲਾਸਫੀ ਤੋਂ ਲੈਣ, ਉਹ ਕਿਸੇ ਤੋਂ ਹੋਰ ਚੀਜ਼ਾਂ ਦੇਖ ਕੇ ਨਾ ਲੈਣ। ਔਰ ਇਹਦੇ ਚ ਜਿਹੜੀਆਂ 3-4 ਗੱਲਾਂ ਨੇ, ਸਪੋਜ਼ ਕਰੋ ਕਾਂਗਰਸ ਨਾਲ ਤਾਂ ਹੈਗੀ ਉਹ ਕੰਟਰਾਡਿਕਸ਼ਨ ਸ਼ੁਰੂ ਤੋਂ, ਉਹ ਤਾਂ ਕਹਿੰਦੇ ਇਹਦੇ ਨਾਲ ਤਾਂ ਹੋ ਹੀ ਨਹੀਂ ਸਕਦਾ, ਅਕਾਲੀ ਦਲ ਨੇ ਇੱਕ ਸਟੈਂਡ ਲਿਆ ਹੋਇਆ 84 ਤੋਂ ਬਾਅਦ ਲਗਾਤਾਰ ਵੀ ਨਹੀਂ ਹੋ ਸਕਦਾ, ਇਸੇ ਦੀ ਵਿਧਵਾ ਕਲੋਨੀ ਚ ਜਾਏ ਆਉਂਦੇ ਜਾਂ ਬਾਕੀ। ਪਰ ਅੱਜ ਬਦਲੇ ਹੋਏ ਹਾਲਾਤ ਦੇ ਵਿੱਚ ਪਹਿਲੀ ਵਾਰ ਮੇਰਾ ਖਿਆਲ ਹੈ ਹਰਸਿਮਰਤ ਕੌਰ ਬਾਦਲ ਸ਼ਾਇਦ ਪਹਿਲੀ ਲੀਡਰ ਹੈ ਜਿਨੇ ਪਾਰਲੀਮੈਂਟ ਦੇ ਪਲੇਟਫਾਰਮ ਤੇ ਖੜ ਕੇ ਬੀਜੇਪੀ ਨੂੰ ਉਸੇ ਰੂਪ ਚ ਤਾਨੇ ਮਾਰੇ ਨੇ ਜਿਵੇਂ ਕਾਂਗਰਸ ਨੂੰ ਵੀ ਉਹ ਮਾਰਦੇ ਨੇ ਕਈ ਵਾਰ। ਐਸੀ ਨਹੀਂ, ਉਹਨੇ ਪਹਿਲੀ ਗੱਲ ਉਹਨੇ ਕਿਹਾ 3 ਬਿੱਲਾਂ ਤੇ ਮੇਰੀ ਨਹੀਂ ਪੁੱਛੀ ਗਈ, ਆਪਦੇ ਮੰਤਰੀ ਦੀ ਨਹੀਂ ਪੁੱਛੀ ਗਈ ਜਾਂ ਨਹੀਂ ਪੁੱਛੀ ਗਈ, ਉਦੋਂ ਅਲੱਗ ਸਵਾਲ ਨੇ, ਉਹ ਅਲੱਗ ਗੱਲ ਹੈ ਕਿ ਅਕਾਲੀ ਦਲ ਕਾਫੀ ਦੇਰ ਡਿਫੈਂਡ ਕਰਦਾ ਰਿਹਾ ਉਹਨਾਂ ਬਿੱਲਾਂ ਨੂੰ, ਬਾਅਦ ਦੇ ਵਿੱਚ ਜਾ ਕੇ ਵਿਡਰਾ ਕੀਤਾ, ਆਪਣੀ ਕੀ ਵੀਕਨੈਸ ਸੀ, ਪਰ ਅੱਜ ਉਹਨੇ ਇਹ ਕਿਹਾ ਕਿ ਨਹੀਂ ਪੁੱਛੀ ਗਈ ਸਾਡੀ ਉਸ ਬਿੱਲਾਂ ਤੇ, ਫਿਰ ਮਜਬੂਰੀ ਚ ਕਿਸਾਨ ਅੰਦੋਲਨ ਦੀ ਤਾਕਤ ਸਾਹਮਣੇ ਸਰਕਾਰ ਨੂੰ ਵਿਡਰਾ ਕਰਨਾ ਪਿਆ। ਔਰ ਦੂਜੀ ਗੱਲ ਉਹਨਾਂ ਨੇ ਇਹ ਕਿਹਾ ਬੀਜੇਪੀ ਨੂੰ ਕਿ ਹੁਣ ਤੁਸੀਂ ਵੀ ਕੀ ਕੀਤਾ ਜਦੋਂ ਤੋਂ ਸਾਡਾ ਸਾਥ ਤੁਹਾਡੇ ਨਾਲ ਟੁੱਟ ਗਿਆ, ਇਹ ਕਹਿ ਕੇ ਕੀਤਾ। ਇਹਦਾ ਮਤਲਬ ਉਦੋਂ ਬਾਅਦ ਬੀਜੇਪੀ ਨੇ ਕੀ ਕੀਤਾ, ਫਿਰ ਉਹਨੇ ਆਹ ਸਾਰੇ ਇਸ਼ੂ ਲਿਆਂਦੇ ਨੇ, ਚਾਹੇ ਵਿਧਾਨ ਸਭਾ ਦਾ ਹਰਿਆਣੇ ਨੂੰ ਸਪੇਸ ਦੇਣ ਦਾ ਸਵਾਲ ਹੈ ਕਿ ਤੁਸੀਂ ਆਹ ਦੇਤਾ ਉਹਨੂੰ, ਚਾਹੇ BBMB ਦੇ ਵਿੱਚ ਸਾਡਾ ਮੈਂਬਰ ਜਿਹੜਾ ਇਲੈਕਟ੍ਰਿਸਿਟੀ ਸੀ ਉਹਨੂੰ ਕੱਢ ਦੇਣ ਦਾ ਸਵਾਲ ਹੈ, ਡਿਫਰੈਂਟ ਟਾਈਪ ਦੀਆਂ ਚੀਜ਼ਾਂ ਜਿਹੜੀਆਂ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਰਾਹੀਂ ਕੀਤੀਆਂ ਜਾ ਰਹੀਆਂ ਨੇ, ਇਹਨੂੰ ਉਹਨਾਂ ਨੇ ਕੀਤਾ, ਮਤਲਬ ਡਾਇਰੈਕਟ ਬੀਜੇਪੀ ਨੂੰ ਟਾਰਗੇਟ ਕੀਤਾ ਗਿਆ, ਸ਼ਾਇਦ ਇਹਨੂੰ ਪਹਿਲਾਂ ਨਹੀਂ ਸੀ ਉਸ ਲੈਵਲ ਦੇ ਉੱਤੇ ਕਦੇ ਕਿਸੇ ਨੇ। ਮੈਨੂੰ ਸਰਦਾਰ ਹਮੀਰ ਸਿੰਘ ਜੀ, ਮੈਂ ਮਾਫੀ ਚਾਹੁੰਦਾ ਤੁਹਾਨੂੰ ਰੋਕਿਆ, ਮੈਨੂੰ ਸਭ ਤੋਂ ਜਿਹੜੀ ਮੇਰੇ ਦਿਲ ਨੂੰ ਗੱਲ ਲੱਗੀ ਨਾ, ਉਹ ਇਹ ਸੀ ਜਦੋਂ ਉਹਨਾਂ ਨੇ ਕਿਹਾ ਕਿ ਇਹੀ ਸਦਨ ਸੀ 84 ਦੇ ਵਿੱਚ ਜਦੋਂ ਗਲਾਂ 'ਚ ਟਾਇਰ ਪਾਏ ਜਾ ਰਹੇ ਸੀ, ਹਜ਼ਾਰਾਂ ਸਿੱਖ ਮਾਰੇ ਗਏ, ਅੱਜ ਜਿਹੜੀਆਂ ਵਿਧਵਾਵਾਂ ਦੀ ਗੱਲ ਕਰ ਰਹੇ ਆ, ਇਸੇ ਸਦਨ ਦੇ ਵਿੱਚ ਜਦੋਂ ਇਹ ਸਦਨ ਜੁੜਿਆ ਉਸ ਤੋਂ ਬਾਅਦ ਤੇ ਕੋਈ ਇੱਕ ਆਵਾਜ਼ ਨਹੀਂ ਉੱਠੀ। ਸਾਨੂੰ ਅੱਜ ਵੀ ਇਸ ਗੱਲ ਦਾ ਮਲਾਲ ਆ। ਮੈਨੂੰ ਹਰਸਿਮਰਤ ਦੀ ਸਭ ਤੋਂ ਜ਼ਿਆਦਾ ਸਟੀਕ ਇਹ ਗੱਲ ਲੱਗੀ, ਜਿਹਨੇ ਕਾਲਜੇ ਦਾ ਰੁੱਗ ਜੇ ਕਿਸੇ ਦਾ ਨਹੀਂ ਭਰਿਆ ਤਾਂ ਮੇਰੇ ਖਿਆਲ ਜੇ ਦੇਸ਼ ਦੀ ਇੱਕ ਘੱਟ ਗਿਣਤੀ ਜਿਹੜੀ ਸਭ ਤੋਂ ਘੱਟ ਗਿਣਤੀਆਂ ਦੇ ਵਿੱਚ ਆਉਂਦੀ ਹੈ, ਜੇ ਉਹਦੇ ਨਾਲ ਤੁਸੀਂ ਇੱਕ ਵਾਰੀ ਵੀ ਨਹੀਂ ਖਲੋਤੇ, 500 ਤੋਂ ਵੱਧ ਸੰਸਦ ਮੈਂਬਰ ਸੁਸਰੀ ਵਾਂਗ ਸੌਂਗੇ, ਤਾਂ ਇਹ ਤਕਲੀਫ ਤਾਂ ਰਹੂਗੀ ਨਾ ਜੀ। ਤੁਸੀਂ ਹੁਣ ਗੱਲ ਅੱਗੇ ਵਧਾ। ਕੇਵਲ ਗੱਲ ਇਹ ਸੀ, ਮੈਂ ਪਹਿਲਾਂ ਕਿਹਾ ਕਿ ਓਵਰਆਲ ਨੈਸ਼ਨਲ ਪਾਰਟੀਆਂ ਦਾ ਇੱਕ ਵਿਊ ਸੀ ਲਗਭਗ, ਕਿਸੇ ਦਾ ਜ਼ਿਆਦਾ ਸਰਗਰਮ ਕਿਸੇ ਦਾ ਘੱਟ ਸਰਗਰਮ ਉਹ ਸਾਰੇ ਮੁੱਦੇ ਦੇ ਉੱਤੇ। ਔਰ ਦੂਜੀ ਗੱਲ, ਕੇਵਲ ਇੱਕ ਲੀਡਰ ਸੀ ਜਿਹਨੇ ਹਾਂ ਦਾ ਨਾਰਾ ਅਲੱਗ ਤਰੀਕੇ ਦੇ ਨਾਲ ਮਾਰਿਆ ਸੀ, ਉਹ ਚੰਦਰ ਸ਼ੇਖਰ ਸੀ। ਔਰ ਚੰਦਰ ਸ਼ੇਖਰ ਬਹੁਤ ਵੱਡੇ ਕੱਦ ਦੇ ਲੀਡਰ ਸੀ, ਪ੍ਰਾਈਮ ਮਿਨਿਸਟਰ ਵੀ ਰਹੇ ਕੰਟਰੀ ਦੇ, ਪਰ ਉਦੋਂ ਬਾਅਦ ਉਹਨਾਂ ਦਾ ਵੀ ਜਿਹੜਾ ਬੇਸ ਸੀ ਉਹ ਕਿਵੇਂ ਰਿਡਿਊਸ ਹੋਇਆ, ਕਿਉਂਕਿ ਜਦ ਤੁਸੀਂ ਮੌਬ ਮੈਂਟੈਲਿਟੀ ਪੈਦਾ ਕਰ ਦਿੰਦੇ ਹੋ, ਜਦੋਂ ਤੁਸੀਂ ਐਡੇ ਵੱਡਾ ਪਾੜਾ ਪਾ ਦਿੰਦੇ ਹੋ ਉਸ ਮਾਮਲੇ ਦੇ ਵਿੱਚ, ਤਾਂ ਉਹ ਲੀਡਰ ਨੂੰ ਕੀਮਤ ਦੇਣੀ ਪੈਂਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਉਹ ਕੀਮਤ ਦੇਣ ਵਾਲੇ ਬਹੁਤੇ ਲੀਡਰ ਨਹੀਂ ਹੈ, ਸਾਡੇ ਇੰਡੀਵਿਜੂਅਲ ਲੀਡਰ ਵੀ ਨਹੀਂ ਹੈ ਉਸ ਪੱਧਰ ਦੇ ਉੱਤੇ, ਤੇ ਪਾਰਟੀਆਂ ਦਾ ਤਾਂ ਸਟੈਂਡ ਹੀ ਉਸ ਲੈਵਲ ਦਾ ਨਹੀਂ ਸੀਗਾ ਕਿ ਉੱਥੇ ਜਾ ਕੇ ਇਹ ਗੱਲਾਂ ਕਰਦੀਆਂ। ਔਰ ਈਵਨ ਗੁਜਰਾਤ ਤੇ ਵੀ ਕਿੰਨਾ ਕੀ ਹੋਇਆ ਪਾਰਲੀਮੈਂਟ ਦੇ ਵਿੱਚ, ਤੇ ਸਾਰਾ ਕੁਝ ਸਭ ਦੇ ਸਾਹਮਣੇ ਸੀ, ਉਸ ਲੈਵਲ ਦੀਆਂ ਚੀਜ਼ਾਂ ਸਭ ਸਾਰੀਆਂ ਆ ਗਈਆਂ। ਔਰ ਵੱਖ-ਵੱਖ ਮਾਮਲੇ 'ਚ ਅੱਜ ਜਿੰਨਾ ਹੋ ਰਿਹਾ, ਅੱਜ ਪਾਰਲੀਮੈਂਟ 'ਚ ਕੀ ਹੋ ਰਿਹਾ ਬਾਕੀ ਦੀਆਂ ਚੀਜ਼ਾਂ 'ਚ, ਸ਼ਹੀਨ ਬਾਗ ਦਾ ਮੋਰਚਾ ਲੱਗਿਆ, ਕਿਹੜੀ ਪਾਰਟੀ ਸ਼ਹੀਨ ਬਾਗ ਦੇ ਮੋਰਚੇ ਨਾਲ ਚਲੀ ਗਈ ਸੀ? ਨੈਸ਼ਨਲ ਪਾਰਟੀ ਜਾਂ ਬਾਕੀ ਦੀਆਂ ਪਾਰਟੀਆਂ 'ਚੋਂ ਜਿਹੜੀਆਂ ਦੇਸ਼ ਦੇ ਵਿੱਚ ਪਾਰਟੀਆਂ ਸੀ। ਇਸ ਕਰਕੇ ਇਹ ਇੱਕ ਓਵਰਆਲ ਸੋ ਕਾਲਡ ਰਾਸ਼ਟਰਵਾਦ ਦਾ ਜਿਹੜਾ ਇੱਕ ਕਨਸੈਪਟ ਹੈ, ਜਿਹਦੇ ਪੱਲੇ ਧਾਰ ਕੇ ਉਹ ਡਰਦਾ ਹੈ ਪੋਲੀਟੀਸ਼ੀਅਨ ਵੀ ਮੈਂ ਇੱਕ ਹੁਣ ਇਹੋ ਜਿਹਾ ਮਾਹੌਲ ਬਣ ਗਿਆ, ਇਹੋ ਜਿਹਾ ਸੈਂਟੀਮੈਂਟ ਬਣ ਗਿਆ। ਪਰ ਨਾਲ ਦੀ ਨਾਲ ਜਿਹੜੀ ਹਰਸਿਮਰਤ ਕੌਰ ਬਾਦਲ ਦੇ ਇਸ ਸਾਰੇ ਓਵਰਆਲ ਜਿਹੜੀ ਵਿਆਖਿਆ ਦਾ ਜਿਹੜਾ ਕੁਐਸਚਨ ਹੈ, ਔਰ ਇਹਦੇ 'ਚ ਉਹਨਾਂ ਨੇ ਗੱਲ ਕੀਤੀ ਕਿ ਸਾਡੇ ਗੁਰੂ ਨੇ ਮਤਲਬ ਹਿੰਦੂਆਂ ਦੀ ਰਾਖੀ ਲਈ ਬਾਕੀ ਆਹ ਕੀਤਾ, ਹਿੰਦ ਦੀ ਚਾਦਰ। ਮੈਨੂੰ ਲੱਗਦਾ ਇਹ ਕਨਸੈਪਟ ਥੋੜਾ ਜਿਹਾ ਅਜੇ ਹੋਰ ਦਰੁਸਤ ਕਰਨ ਵਾਲਾ ਹੈ।
ਇਹ ਕਨਸੈਪਟ ਗੁਰੂ ਕੋਈ ਵੀ ਹੁੰਦਾ, ਮਤਲਬ ਹਿੰਦੂਆਂ ਦੀ ਰਾਖੀ ਦਾ ਸਵਾਲ ਨਹੀਂ, ਗੁਰੂਆਂ ਨੇ ਐਡਾ ਵੱਡਾ ਦਾਇਰਾ ਹਿਊਮਨ ਰਾਈਟਸ ਔਰ ਪੈਗੰਬਰੀ ਇੱਕ ਮਾਹੌਲ ਚ ਸਿਰਜਿਆ ਹੋਇਆ ਤੇ ਉਹਨੂੰ ਐਡਾ ਛੋਟਾ ਬਣਾ ਦੇਣਾ ਕੇਵਲ ਉਸ ਮਾਮਲੇ ਚ ਉਹਨਾਂ ਦੀ ਸੈਕਰੀਫਾਈਸ ਨੂੰ, ਔਰ ਬਣਾ ਦਿੱਤਾ ਗਿਆ ਔਰ ਕੰਟਰੀ ਨੇ ਬਣਾਇਆ ਉਸ ਮਾਮਲੇ ਦੇ ਵਿੱਚ ਦੇਖ ਕੇ ਜਿਹੜਾ ਮਾਮਲਾ ਹੈ। ਔਰ ਜਦੋਂ ਯੂਐਨਓ 5 ਵੱਡੇ ਮਨੁੱਖਾਂ ਦਾ ਨਾਂ ਲੈਂਦੀ ਹੈ, ਵੱਡੇ ਸ਼ਖਸੀਅਤਾਂ ਦਾ ਕੱਢਦੀ ਹੈ, ਯੂਐਨਓ ਦੇ ਵਿੱਚ ਜਾਂਦੇ ਨੇ, ਤਾਂ ਉਹਨਾਂ ਚ ਗੁਰੂ ਦਾ ਨਾਂ ਆਉਂਦਾ ਹੈ ਜਿਹਨੇ ਹਿਊਮਨ ਰਾਈਟਸ ਦੀ ਪਰਿਭਾਸ਼ਾ ਬਦਲਤੀ, ਮਤਲਬ ਪੂਰੀ ਦੁਨੀਆ ਦੇ ਵਿੱਚ, ਕੱਲਾ ਇੱਥੇ ਨਹੀਂ ਬਦਲੀ ਕਿ ਤੁਸੀਂ ਆਪਦੇ ਵਿਰੋਧੀ ਦੇ ਲਈ ਵੀ ਤੁਹਾਡੇ ਨਾਲ ਵਿਚਾਰਧਾਰਾ ਵੀ ਨਹੀਂ ਮਿਲਦੀ, ਤੁਹਾਡੀ ਵਿਚਾਰਧਾਰਾ ਬਿਲਕੁਲ ਕੰਟਰਾਡਿਕਟਰੀ ਹੈ, ਇਹਦੇ ਬਾਵਜੂਦ ਤੁਸੀਂ ਡੈਮੋਕ੍ਰੈਟਿਕ ਵੈਲਿਊ ਸਿਸਟਮ ਔਰ ਹਿਊਮਨ ਰਾਈਟਸ ਦੇ ਲਈ ਕਿਸ ਤਰ੍ਹਾਂ ਖੜੇ ਹੋ ਸਕਦੇ ਹੋ ਮੈਦਾਨ ਦੇ ਵਿੱਚ, ਗਲ ਕਟਾਉਣ ਤੱਕ, ਸੀਸ ਦੇਣ ਤੱਕ, ਇਹ ਆਪਣੇ ਆਪ ਚ ਮਿਸਾਲੀ ਇੱਕ ਉਦਾਹਰਨ ਸਾਡੇ ਸਾਹਮਣੇ ਦਿਖਾਈ ਦਿੰਦੀ ਹੈ। ਸ਼ਾਇਦ ਉਹਦੇ ਵਿੱਚੋਂ ਹੀ ਅੱਗੇ ਗੱਲਾਂ ਤੁਰੀਆਂ ਨੇ ਇਹ ਜਿਹੜੇ ਹਰਸਿਮਰਤ ਕੌਰ ਨੇ ਇਹ ਕਿਹਾ ਕਿ ਜਿਹੜਾ ਸੇਵਾ ਦਾ ਕਨਸੈਪਟ ਹੈ ਸਾਡੇ, ਚਾਹੇ ਉਹ ਮਤਲਬ ਜਿਹੜੇ ਵੀ ਮਰਜ਼ੀ ਆਫਤ ਆਈ, ਚਾਹੇ ਕਰੋਨਾ ਦੀ ਆਈ, ਕੋਵਿਡ ਦੀ ਆਈ, ਉਦੋਂ ਸਿੱਖ ਕਿਵੇਂ ਉਹ ਕਰਦੇ ਰਹੇ ਨੇ ਸੇਵਾ ਪੂਰੀ ਦੇਸ਼ ਦੀ, ਔਰ ਦਿੱਲੀ ਦੇ ਵਿੱਚ ਵੀ ਕੱਲੇ ਕੋਵਿਡ, ਕੱਲੇ ਲੰਗਰ ਦੀ ਨਹੀਂ, ਮਸ਼ੀਨਾਂ ਦੀ, ਵੱਖ-ਵੱਖ ਟਾਈਪ ਦੀ, ਕਿਉਂਕਿ ਇੱਕ ਸੇਵਾ ਦਾ ਕਨਸੈਪਟ ਇਨਬਿਲਟ ਹੈ ਇਸ ਫਿਲਾਸਫੀ ਦੇ ਵਿੱਚ ਤੇ ਇਸ ਸੋਸਾਇਟੀ ਦੇ ਵਿੱਚ ਉਸ ਪੱਧਰ ਦੇ ਉੱਤੇ, ਤੇ ਉਹਨਾਂ ਗੱਲਾਂ ਨੂੰ ਦੇਖਿਆ ਨਹੀਂ ਗਿਆ। ਜਜ਼ਬਾ, ਕੁਰਬਾਨੀ, ਸੇਵਾ, ਮਾਨਸ ਕੀ ਜਾਤ ਸਭ ਏਕੇ ਪਹਿਚਾਨ ਵੋ, ਸਰਬੱਤ ਦੇ ਭਲੇ ਦਾ ਕਨਸੈਪਟ, ਇਹਨੂੰ ਸਾਰੇ ਨੂੰ ਇਕੱਠਾ ਕਰਨਾ, ਔਰ ਇਹ ਵਾਕਈ ਅੱਜ ਮੈਨੂੰ ਲੱਗਦਾ ਕਿ ਇੱਕ ਬੈਟਰ ਗੱਲ ਹੋਈ ਆ ਔਰ ਚੰਗੀ ਸ਼ੁਰੂਆਤ ਹੈ। ਜੇ ਅਕਾਲੀ ਦਲ ਇਹਨੂੰ ਆਪਣੀ ਸਟ੍ਰੈਟਜੀ ਦਾ ਹਿੱਸਾ ਬਣਾਏਗਾ ਤਾਂ ਜਾਂ ਇਹ ਇੱਕ ਇਵੈਂਟ ਬਣ ਕੇ ਰਹਿ ਜਾਏਗਾ ਜਾਂ ਇਹ ਕੰਟੀਨਿਊ ਅੱਗੇ ਕੁਛ ਉਸ ਲੈਵਲ ਤੇ ਚੱਲੇਗਾ, ਪਰ ਇਹ ਹਿੱਸਾ ਉਦੋਂ ਬਣਨਾ ਹੈ ਜਦੋਂ ਪੁਰਾਣੀਆਂ ਗਲਤੀਆਂ ਤੋਂ ਪਹਿਲਾਂ ਅੱਗੇ ਜਾ ਕੇ ਪਾਰ ਜਾ ਕੇ ਤੁਸੀਂ ਫੈਸਲਾ ਕਰਦੇ ਹੋ। ਪਹਿਲਾਂ ਸ਼ੁੱਧੀਕਰਨ ਅੰਦਰੋਂ ਹੁੰਦਾ ਰੂਹ ਦਾ, ਉਦੋਂ ਬਾਅਦ ਅੱਗੇ ਜਾ ਕੇ ਚੱਲਦੀਆਂ ਨੇ ਗੱਲਾਂ, ਬਾਕੀ ਤਾਂ ਹੁਣ ਬਾਅਦ ਦੇ ਵਿੱਚ ਹੀ ਪਤਾ ਲੱਗਣਾ ਕੀ ਜੀ। ਜੇ ਸੱਤਾ ਨਾਲ ਜੁੜੇ ਰਹਿਣ ਦੀ ਝਾਕ ਹੋਵੇ, ਸੱਤਾ ਨਾਲ ਮੈਂ ਲਾਸਟ ਤੇ ਗੱਲ ਕਰਦਾ ਵੀ ਅਕਾਲੀ ਦਲ ਦੀ ਸਮੱਸਿਆ ਕੀ ਹੈ। ਮੈਂ ਪਹਿਲਾਂ ਕਿਹਾ ਕਿ ਮੈਂ ਬ੍ਰੌਡਰ ਗੱਲ, ਅਕਾਲੀ ਦਲ ਦੀ ਬ੍ਰੌਡਰ ਪੋਲਿਟਿਕਸ ਬਾਰੇ ਗੱਲ ਨਹੀਂ ਕਰਨੀ, ਹੁਣ ਵੀ ਨਹੀਂ ਕਰੂੰਗਾ, ਲੇਕਿਨ ਛੋਟੀ ਜਿਹੀ ਗੱਲ ਮੈਂ ਜ਼ਰੂਰ ਕਰੂੰਗਾ। ਅਕਾਲੀ ਦਲ ਦੀ ਇੱਕ ਸਮੱਸਿਆ ਹੈ ਲਗਾਤਾਰ ਹੀ, ਜਦੋਂ ਇਹ ਆਊਟ ਆਫ ਪਾਵਰ ਹੁੰਦੇ ਹੈ ਤੇ ਗੱਲਾਂ ਇਹੋ ਜਿਹੀਆਂ ਹੀ ਕਰਦੇ ਜਿਹੜੀਆਂ ਅੱਜ ਬੀਬੀ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਦੇ ਵਿੱਚ ਕੀਤੀਆਂ। ਇਤਿਹਾਸ ਹੈ ਇਹਨਾਂ ਦਾ, ਕੋਈ ਨਵੀਂ ਗੱਲ ਨਹੀਂ ਕੀ, ਉਹਨੂੰ ਸਟਿਕ ਨਹੀਂ ਕਰਦੇ। ਜਦੋਂ ਪਾਵਰ ਆ ਜਾਂਦੀ ਹੈ ਉਹ ਏਜੰਡਾ ਸਾਰਾ ਹੀ ਭੁੱਲ ਜਾਂਦੇ ਆ। ਮੈਂ ਐਗਜ਼ਾਮਪਲ ਸਿਰਫ ਇੱਕ ਦਊਂਗਾ ਇਹਦੇ ਚ। ਇਹਨਾਂ ਨੇ ਬੰਦੇ ਸਿੰਘ ਕਦਰੀ ਇਹੋ ਜਿਹੀ ਗੱਲ ਕੀਤੀ, ਬੜੀ ਵਧੀਆ ਗੱਲ ਹੈ। 1997 ਕਾਮਨ ਮਿਨੀਮਮ ਪ੍ਰੋਗਰਾਮ ਜਦੋਂ ਇਹਨਾਂ ਨੇ ਬਣਾਇਆ ਬੀਜੇਪੀ ਦੇ ਨਾਲ ਇਲੈਕਸ਼ਨ ਤੋਂ ਪਹਿਲਾਂ, ਉਹ ਚੱਕ ਲਓ, ਉਹਦੇ ਵਿੱਚ ਜਿਸ ਸੰਘਰਸ਼ ਦਾ ਪਾਰਟ ਹੈ ਬੰਦੀ ਸਿੰਘ ਸੀਗੇ, ਉਹਦੇ ਬਾਰੇ ਕੀ ਲਿਖਿਆ? ਉਹਦੇ ਬਾਰੇ 1997 ਚ ਹੀ ਲਿਖਤਾ ਸੀਗਾ ਕਿ ਇਹ ਪ੍ਰੋਕਸੀ ਵਾਰ ਸੀ, ਪਾਕਿਸਤਾਨ ਵੱਲੋਂ ਸ਼ੁਰੂ ਕੀਤੀ ਹੋਈ। ਜੇ ਪ੍ਰੋਕਸੀ ਵਾਰ ਹੈ ਫਿਰ ਭਾਈ ਇਹ ਯੋਧੇ ਕਿਵੇਂ, ਫਿਰ ਬੰਦੇ ਸਿੰਘਾਂ ਦੀ ਗੱਲ ਤੁਸੀਂ ਕਿਵੇਂ ਕਰਦੇ ਹੋ? ਔਰ ਸੁਖਬੀਰ ਸਿੰਘ ਬਾਦਲ ਐਜ਼ ਡਿਪਟੀ ਚੀਫ ਮਿਨਿਸਟਰ ਲਗਾਤਾਰ ਇਹੀ ਸਟੈਂਡ ਲੈਂਦੇ ਰਹੇ। ਮੈਂ ਬਹੁਤੀ ਗੱਲ ਨਹੀਂ ਕਰਨੀ। ਅਕਾਲੀ ਦਲ ਇੱਕ ਫੈਸਲਾ ਕਰ ਲਵੇ, ਡਾਕੂਮੈਂਟਸ ਤਾਂ ਬੜੇ ਪਏ ਇਹਨਾਂ ਦੇ ਜਿਹੜੇ ਸਾਰੇ ਫੈਸਲੇ ਹੀ ਹੋਏ ਹੋਏ ਆ, ਲੇਕਿਨ ਜਿਹੜੀ ਮੈਂ ਗੱਲ ਕੀਤੀ ਹੈ, ਜਦੋਂ ਪਾਵਰ ਚ ਆਉਂਦੇ ਆ ਉਹ ਸਾਰਾ ਹੀ ਭੁਲਾ ਦਿੰਦੇ ਆ ਤੇ ਹੋਰ ਪਾਸੇ ਤੁਰ ਪੈਂਦੇ ਆ। ਮੈਂ ਆਸ ਕਰੂੰਗਾ ਕਿ ਅਗਲੀ ਵਾਰੀ ਜਦੋਂ ਪਾਵਰ ਚ ਆਉਣਗੇ ਤੇ ਇਹ ਆਪਣੀ ਜਿਹੜੀ ਬੇਸਿਕ ਫਿਲਾਸਫੀ ਹੈ ਉਹਨੂੰ ਯਾਦ ਰੱਖਣਗੇ। ਤੁਸੀਂ ਬਹੁਤ ਬਿਲਕੁਲ ਠੀਕ ਸਵਾਲ ਉਠਾਇਆ ਹੈ, ਪਰ ਜਦੋਂ ਬਦਲੀਆਂ ਪਰਿਸਥਿਤੀਆਂ ਦੇ ਵਿੱਚ ਬਹੁਤ ਭਾਰੀ ਸਜ਼ਾ ਲੱਗ ਜਾਂਦੀ ਹੈ, ਬੰਦੇ ਨੂੰ ਸਬਕ ਵੀ ਨਵੇਂ ਮਿਲਦੇ ਆ। ਸੁਖਬੀਰ ਸਿੰਘ ਬਾਦਲ 2012 ਦੀ ਜਿੱਤ ਤੋਂ ਬਾਅਦ ਸ਼ਾਇਦ ਬੇਤਾਜ ਬਾਦਸ਼ਾਹ ਸਮਝਣ ਲੱਗੇ ਸੀ ਆਪਣੇ ਆਪ ਨੂੰ ਕਿ ਵੋਟਾਂ ਲੈਣੀਆਂ ਤਾਂ ਖੱਬੇ ਹੱਥ ਦਾ ਖੇਡ ਹੈ, ਤਾਂ ਮੁਸ਼ਕਲ ਹੀ ਕੋਈ ਨਹੀਂ। ਤੁਸੀਂ ਇਹ ਨਹੀਂ ਸਮਝਦੇ ਹੁੰਦੇ ਕਿ ਤੁਸੀਂ ਆਪਣੀ ਪਿਛਲੀ ਘਾਲ ਕਮਾਈ ਨਾਲ ਹੀ 10-15 ਸਾਲ ਤਾਂ ਲੰਘਾ ਜਾਂਦੇ ਹੋ। ਉਸ ਤੋਂ ਬਾਅਦ ਜਦੋਂ ਤੁਸੀਂ ਉਤੋਂ ਟੁੱਟਦੇ ਹੋ ਤਾਂ ਫਿਰ ਪਤਾ ਲੱਗਦਾ ਕਿ ਮੁੜ ਕੇ ਖੜੇ ਹੋਣਾ ਕਿੰਨਾ ਔਖਾ। ਤੇ ਜੇ ਕਿਤੇ ਅਕਾਲੀ ਦਲ ਨੂੰ ਇਹ ਦੁਬਾਰਾ ਮੌਕਾ ਮਿਲਦਾ, ਅਜੇ ਜੇ ਕਿਤੇ ਆ, ਕਿਉਂਕਿ ਲੋਕ ਮਨਾਂ 'ਚ ਸਵਕਾਰਿਆ ਜਾਣਾ ਇੱਕ ਦੂਰ ਦਾ ਪੈਂਡਾ ਹੈ, ਫਿਰ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਆਪਣੀਆਂ ਜੜ੍ਹਾਂ ਨਾਲ ਜੁੜ ਕੇ ਕੰਮ ਕਰਨਾ ਚਾਹਣ, ਪਰ ਉਹਦੇ ਵਿੱਚ ਤੁਹਾਨੂੰ ਵਪਾਰਕ ਪਹਿਲੂ ਛੱਡਣੇ ਪੈਂਦੇ ਆ, ਫਿਰ ਤੁਹਾਨੂੰ ਸਮਰਪਣ ਭਾਵਨਾ ਚੱਲਣਾ ਪੈਂਦਾ, ਤੇ ਫਿਰ ਤੁਹਾਨੂੰ ਸਿਆਸਤ ਐ ਨਹੀਂ ਲੈਣੀ ਪੈਂਦੀ ਕਿ ਇੱਕ ਕੰਪਨੀ ਹੈ ਜਾਂ ਵਪਾਰ ਹੈ ਜਾਂ ਇਹ ਇੱਕ ਟ੍ਰੇਡ ਆ। ਸਵਾਲ ਇਸ ਗੱਲ ਦਾ ਹੈ ਕਿ ਤੁਸੀਂ ਆਪਣੀਆਂ ਲੀਹਾਂ ਦੇ ਉੱਤੇ ਕਿੰਨਾ ਕੁ ਚੱਲ ਸਕਦੇ ਹੋ। ਮੈਂ ਸਰਦਾਰ ਜਗਤਾਰ ਸਿੰਘ ਜੀ ਹੁਣ ਅੱਜ ਦੇ ਸੰਦਰਭ ਨੂੰ ਉੱਥੇ ਲੈ ਕੇ ਜਾਵਾਂ ਜਿੱਥੇ ਪਾਰਲੀਮੈਂਟ ਦੇ ਵਿੱਚ ਖੂਬ ਸ਼ੋਰ ਸੀ, ਪੂਰਾ ਰੌਲਾ ਸੀਗਾ। ਰਾਹੁਲ ਗਾਂਧੀ ਬੋਲ ਰਹੇ ਸੀ ਕਿ ਇਹ ਮੇਰੀ ਮਾਂ ਦਾ ਕਤਲ ਹੋਇਆ, ਔਰ ਉਹ ਬਾਰ-ਬਾਰ ਇਹ ਕਹਿ ਰਹੇ ਸੀ ਕਿ ਭਾਰਤ ਨੂੰ ਕਤਲ ਕੀਤਾ ਗਿਆ ਮਨੀਪੁਰ ਦੇ ਵਿੱਚ। ਫਿਰ ਸ਼ੋਰ ਹੋਣ ਲੱਗ ਜਾਂਦਾ ਸੀ, ਫਿਰ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਚੁੱਭਣ ਵਾਲੀਆਂ ਸੀਗੀਆਂ, ਔਰ ਸੱਤਾ ਦੇ ਬੈਂਚਾਂ ਨੂੰ ਬਹੁਤ ਬੁਰੀ ਤਰ੍ਹਾਂ ਚੁੱਭੀਆਂ ਵੀ। ਰਾਹੁਲ ਗਾਂਧੀ ਨੇ ਜਿੰਨੀਆਂ ਵੀ ਆਪਣੀਆਂ ਗੱਲਾਂ ਕੀਤੀਆਂ, ਔਰ ਮੈਨੂੰ ਲੱਗਦਾ ਕਿ ਉਹਨਾਂ ਦੇ ਐਡਵਾਈਜ਼ਰ, ਉਹਨਾਂ ਦੇ
ਰਣਨੀਤੀਕਾਰ ਹੁਣ ਕਾਫੀ ਮੈਚੁਰ ਹੋ ਗਏ ਆ, ਜਾਂ ਉਹਨਾਂ ਨੂੰ ਲੱਗਦਾ ਹੈ ਕਿ ਦੇਸ਼ ਦੇ ਵਿੱਚ 10 ਸਾਲ ਦੀ ਜਿਹੜੀ ਐਂਟੀ ਇਨਕੰਬੈਂਸੀ ਹੋ ਸਕਦੀ ਹੈ ਉਹਦੇ ਚੋਂ ਕੁਝ ਕੱਢਿਆ ਜਾ ਸਕਦਾ? ਇਹ ਨਰੋਲ ਰਣਨੀਤਿਕ ਚੁਣਾਵੀ ਰਣਨੀਤੀ ਦਾ ਹਿੱਸਾ ਹੈ, ਜਾਂ ਸੱਚਮੁੱਚ ਉਹ ਮੈਚੁਰ ਲੀਡਰ ਵੀ ਬਣ ਗਏ? ਤੁਹਾਨੂੰ ਕਿਵੇਂ ਲੱਗਿਆ? ਮੈਨੂੰ ਲੱਗਦਾ ਕਿ ਪਿਛਲੇ 10 ਸਾਲ ਦੇ ਵਿੱਚ ਕਾਂਗਰਸ ਨਾਲ ਜੋ ਕੁਝ ਹੋਇਆ ਹੈ ਤੇ ਰਾਹੁਲ ਗਾਂਧੀ ਹੋਰਾਂ ਨਾਲ ਪਰਸਨਲੀ ਜੋ ਕੁਝ ਹੋਇਆ ਉਹਦੇ ਵਿੱਚੋਂ ਉਹਨਾਂ ਨੇ ਕੁਝ ਸਿੱਖਣ ਦੀ ਕੋਸ਼ਿਸ਼ ਕੀਤੀ ਹੈ ਤੇ ਰੀਸ਼ੇਪ ਹੋ ਰਿਹਾ। ਖਾਸ ਕਰਕੇ ਜਦੋਂ ਤੋਂ ਇਹਨਾਂ ਨੇ ਆਪਣੀ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਹੈ ਉਹਦੇ ਵਿੱਚੋਂ ਮੇਰੇ ਖਿਆਲ ਜਿਹੜਾ ਇਹਨਾਂ ਦਾ ਐਕਸਪੀਰੀਅੰਸ ਹੈ ਉਹਨਾਂ ਨੇ ਇਹਨਾਂ ਦੀ ਥਾਟ ਪ੍ਰੋਸੈਸ, ਡਿਲੀਵਰੀ, ਸਾਰੀ ਗੱਲ ਨੂੰ ਸ਼ੇਪ ਅਪ ਕੀਤਾ ਹੈ। ਅੱਜ ਡਿਲੀਵਰੀ ਬਹੁਤ ਵਧੀਆ ਸੀਗੀ। ਅੱਜ ਦੂਸਰਾ ਦਿਨ ਸੀ ਨੋ ਕੌਨਫੀਡੈਂਸ ਮੋਸ਼ਨ ਦਾ, ਲੇਕਿਨ ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਅੱਜ ਵੀ ਨਜ਼ਰ ਨਹੀਂ ਆਏ ਹਾਊਸ ਦੇ ਵਿੱਚ। ਮਤਲਬ ਇਹ ਇੰਨੀ ਐਰੋਗੈਂਸ ਕਿਸ ਗੱਲ ਦੀ ਹੈ, ਮੇਰੇ ਇਹ ਸਮਝ ਨਹੀਂ ਆ ਰਹੀ। ਇਹ ਆਪਣੇ ਆਪ ਦੇ ਵਿੱਚ ਹਾਊਸ ਦੀ ਬੇਇੱਜ਼ਤੀ ਹੈ। ਟ੍ਰੈਡੀਸ਼ਨ ਹੈ ਜਦੋਂ ਨੋ ਕੌਨਫੀਡੈਂਸ ਮੋਸ਼ਨ ਪੇਸ਼ ਹੁੰਦੀ ਹੈ, ਡਿਸਕਸ਼ਨ ਸ਼ੁਰੂ ਹੁੰਦੀ ਹੈ ਤਾਂ ਲੀਡਰ ਆਫ ਦੀ ਹਾਊਸ ਉਹਦੇ 'ਚ ਪ੍ਰੈਜ਼ੈਂਟ ਹੁੰਦਾ ਹੈ। ਅਸੀਂ ਕਿੰਨੀਆਂ ਵਾਰੀ ਸਟੇਟ 'ਚ ਵੀ ਦੇਖ ਚੁੱਕੇ ਹਾਂ ਕਿ ਇਹ ਸਿਸਟਮ ਕੀ ਹੈ, ਤੇ ਉਹਨਾਂ ਦਾ ਦੂਸਰੇ ਦਿਨ ਵੀ ਨਾ ਹੋਣਾ ਕੁਐਸਚਨ ਮਾਰਕ ਪੈਦਾ ਕਰਦਾ। ਤੇ ਜਦੋਂ ਰਾਹੁਲ ਗਾਂਧੀ ਬੋਲ ਰਹੇ ਸੀਗੇ ਉਦੋਂ ਮੈਨੂੰ ਅਮਿਤ ਸ਼ਾਹ ਵੀ ਹਾਊਸ ਦੇ ਵਿੱਚ ਬੈਠੇ ਨਜ਼ਰ ਨਹੀਂ ਆਏ। ਇੱਕ ਆਸਪੈਕਟ ਤਾਂ ਅੱਜ ਇਹ ਹੈ। ਦੂਸਰਾ, ਨਾਰਮਲੀ ਹਾਊਸ ਨੂੰ ਡਿਸਰਪਟ ਕਰਦੇ ਹੁੰਦੇ ਆ ਪੋਜੀਸ਼ਨ ਵਾਲੇ। ਅੱਜ ਜਦੋਂ ਰਾਹੁਲ ਗਾਂਧੀ ਖੜੇ ਹੁੰਦੇ ਆ ਬੋਲਣ ਵਾਸਤੇ, ਉਹਦੇ ਨਾਲ ਹੀ ਟ੍ਰੇਜਰੀ ਬੈਂਚੇਸ ਤੋਂ ਬੀਜੇਪੀ ਤੋਂ ਡਿਸਰਪਸ਼ਨ ਸ਼ੁਰੂ ਹੋ ਜਾਂਦੀ ਹੈ। ਇਹ ਜਿਹੜਾ ਟ੍ਰੈਂਡ ਹੈ ਹੁਣ ਮੈਂ ਲਗਾਤਾਰ ਬੀਜੇਪੀ ਦੇ ਬੈਂਚਾਂ ਤੋਂ ਦੇਖ ਰਿਹਾ, ਖਾਸ ਕਰਕੇ ਰਾਹੁਲ ਗਾਂਧੀ ਦੇ ਕੰਟੈਕਸਟ ਦੇ ਵਿੱਚ। ਜਦੋਂ ਵੀ ਉਹਨਾਂ ਨੇ ਕੋਈ ਗੱਲ ਕਰਨੀ ਹੁੰਦੀ ਹੈ ਤਾਂ ਉਹਨਾਂ ਨੂੰ ਡਿਸਰਪਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਟ੍ਰੈਂਡ ਗਲਤ ਹੈ। ਤੇ ਉਹਨਾਂ ਨੇ ਜਿਹੜੀ ਗੱਲਾਂ ਕੀਤੀਆਂ ਕੰਟੈਕਸਟ ਤੇ, ਮੈਂ ਉਹਦੀ ਗੱਲ ਤੇ ਆਉਣਾ। ਬਹੁਤ ਸ਼ਾਰਪ ਅਟੈਕ ਸੀਗਾ। ਮੈਂ ਬੇਸਿਕ ਸਵਾਲ ਉੱਥੋਂ ਸ਼ੁਰੂ ਕਰਦਾ ਰਾਹੁਲ ਗਾਂਧੀ ਦੀ ਸਪੀਚ ਤੇ, ਮੈਂ ਉਸ ਤੋਂ ਬਾਅਦ ਹੋਣਾ ਜਦੋਂ ਇਹ ਘਟਨਾ ਔਰਤਾਂ ਵਾਲੀ ਖਾਸ ਕਰਕੇ ਵਾਪਰੀ ਮਨੀਪੁਰ ਦੇ ਵਿੱਚ, ਜਦੋਂ 2 ਔਰਤਾਂ ਤੇ ਇੰਨਾ ਜ਼ੁਲਮ ਹੋਇਆ, ਉਹਦੀ ਇਨਫੋਰਮੇਸ਼ਨ ਪ੍ਰਾਈਮ ਮਿਨਿਸਟਰ ਆਫਿਸ ਕਿੰਨੇ ਦੇਰ ਬਾਅਦ ਪਹੁੰਚੀ। ਇਹ ਬੇਸਿਕ ਇਸ਼ੂ ਹੈ। ਇਹ ਮੈਨੂੰ ਹੁਣ ਤੱਕ ਕੋਈ ਸਵਾਲ ਉਠਾਉਂਦਾ ਸੁਣਿਆ ਨਹੀਂ ਮੈਂ ਹਾਊਸ ਦੇ ਵਿੱਚ, ਕਿਸੇ ਨੇ ਉਠਾਇਆ ਹੋਵੇ ਮੈਨੂੰ ਪਤਾ ਨਹੀਂ। ਸਾਰੇ ਹਿੰਦੁਸਤਾਨ ਨੂੰ ਉਦੋਂ ਪਤਾ ਲੱਗਿਆ ਜਦੋਂ ਇੰਟਰਨੈਟ ਰਿਸਟੋਰ ਹੋਇਆ ਤੇ ਉਹ ਵੀਡੀਓ ਲੀਕ ਹੋਈ ਹੈ। ਉਹ 2 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਸੀਗਾ। PM ਇਹ ਕਲੀਅਰ ਕਰਨ ਕਿ ਉਹਨਾਂ ਨੂੰ ਇਹ ਇਨਫੋਰਮੇਸ਼ਨ ਉਹਨਾਂ ਦੇ ਆਫਿਸ ਕਦੋਂ ਆਈ, ਤੇ ਜੇ ਟਾਈਮ ਸਿਰ ਆ ਗਈ ਸੀ, ਨੰਬਰ 1 ਉਹ ਚੁੱਪ ਕਿਉਂ ਰਹੇ, ਨੰਬਰ 2 ਉਸ ਤੋਂ ਬਾਅਦ ਕੀ ਸਟੈਪ ਲਏ ਗਏ। ਕੀ ਕੋਈ PM ਇੰਨੀ ਵੱਡੀ ਘਟਨਾ ਤੋਂ ਬਾਅਦ ਚੁੱਪ ਰਹਿ ਸਕਦਾ ਹੈ? ਮੇਰੇ ਖਿਆਲ 'ਚ ਨਹੀਂ ਰਹਿ ਸਕਦਾ। ਔਰ ਉਸ ਤੋਂ ਬਾਅਦ ਵੀ ਉਹ ਹਾਊਸ ਦੇ ਵਿੱਚ ਨਹੀਂ ਆ ਰਹੇ, ਬਾਹਰ ਕੰਡੀਸ਼ਨਲ ਸਟੇਟਮੈਂਟ ਦੇ ਕੇ ਨਾ ਰਾਜਸਥਾਨ ਤੇ ਬਾਕੀ ਸਟੇਟਸ ਦੀ ਗੱਲ ਕਰ ਗਏ, ਜਿਹਦੇ ਪਹਿਲੇ ਦਿਨ ਪਾਰਲੀਮੈਂਟ 'ਚ ਐਂਟਰ ਕੀਤੇ ਜਦੋਂ ਸਾਰੀ ਇਸ਼ੂ ਉੱਠਿਆ, ਬਾਹਰ ਗੱਲ ਕਰ ਗਏ, ਅੰਦਰ ਨਹੀਂ ਹੈ। ਹਾਊਸ ਦੇ ਇਨਸਲਟ ਹੈ। ਹੁਣ ਗੱਲ ਕਰਦੇ ਆਪਾਂ ਰਾਹੁਲ ਗਾਂਧੀ ਹੋਰਾਂ ਦੀ। ਉਹਨਾਂ ਨੇ ਸਿੰਪਲ ਇੱਕ ਇਸ਼ੂ ਚੱਕਿਆ ਨਫ਼ਰਤ ਦੀ ਸਿਆਸਤ ਦਾ, ਤੇ ਉਹਨੂੰ ਸਿਰੇ ਤੱਕ ਲੈ ਗਏ। ਡਿਲੀਵਰੀ ਵੀ ਉਨਾ ਹੀ ਥ੍ਰਸ ਸੀ ਕਿ ਕਿਵੇਂ ਮਨੀਪੁਰ ਦੇ ਨਾਲ ਜੋ ਕੁਝ ਹੋ ਰਿਹਾ ਹੈ ਉਹ ਕਿਵੇਂ ਸਰਕਾਰਾਂ ਨੇ ਨੈਗਲੈਕਟ ਕੀਤਾ, ਤੇ ਕਿਵੇਂ ਇਹਨਾਂ ਦੀ ਜਿਹੜੀ ਸਿਆਸਤ ਹੈ ਉਹਦੇ ਵਿੱਚੋਂ ਨਿਕਲੀ ਨਫ਼ਰਤ ਦੀ ਸਿਆਸਤ ਦੇ ਵਿੱਚੋਂ ਅੱਜ ਵਰਚੁਅਲੀ ਮਨੀਪੁਰ ਹਿੰਦੁਸਤਾਨ ਦਾ ਹਿੱਸਾ ਨਹੀਂ ਰਿਹਾ, ਡਿਵਾਈਡ ਹੋ ਗਿਆ। ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਆਰਮੀ ਨੂੰ ਇਹ ਕਿਉਂ ਨਹੀਂ ਦਿੱਤਾ ਗਿਆ। ਆਰਮੀ ਨੂੰ 84 ਦੇ ਵਿੱਚ ਵੀ 3 ਦਿਨ ਬਾਅਦ ਬੁਲਾਇਆ ਗਿਆ ਸੀਗਾ, ਵੱਖਰਾ ਇਸ਼ੂ, ਆਪਾਂ ਉਹਦੀ ਗੱਲ ਨਹੀਂ ਕਰ ਰਹੇ, ਆਪਾਂ ਅੱਜ ਦੀ ਗੱਲ ਕਰ ਰਹੇ। ਸੋ ਬੜਾ ਇਸ਼ੂ ਹੈ। ਨਾਲ ਉਹਨਾਂ ਨੇ ਅਖੀਰ ਤੇ ਜਿਹੜੀ ਗੱਲ ਮੁਕਾਈ ਹੈ, ਉਹਨਾਂ ਨੇ ਕਿਹਾ ਵੀ ਆਪਣੇ ਖਾਸ ਕਰਕੇ ਨਰਿੰਦਰ ਮੋਦੀ ਵਾਲੇ ਪਾਸੇ ਇਸ਼ਾਰਾ ਕਰਕੇ, ਬਈ ਤੁਸੀਂ ਐਂਟੀ ਨੈਸ਼ਨਲ, ਤੁਸੀਂ ਟ੍ਰੇਟਰ, ਗੱਦਾਰ ਆ ਤੁਸੀਂ ਮੁਲਕ ਦੇ, ਤੁਸੀਂ ਮੁਲਕ ਨੂੰ ਤੋੜਨ ਦੇ ਲੱਗੇ ਹੋਏ ਲੋਕਾਂ ਨੂੰ। ਰਾਵਣ ਤੱਕ ਕਹਿ ਦਿੱਤਾ, ਐਂਟੀ ਨੈਸ਼ਨਲ ਕਹਿ ਦਿੱਤਾ। ਜਿਹੜੀ ਵੱਡੀ ਗੱਲ ਸੀਗੀ, ਉਹਨਾਂ ਨੇ ਕਿਹਾ ਕਿ ਮੇਰੀ ਮਾਂ ਭਾਰਤ ਮਾਤਾ ਦਾ ਮਨੀਪੁਰ ਵਿੱਚ ਕਤਲ ਕੀਤਾ ਗਿਆ। ਸੋ ਗੱਲਾਂ ਬਹੁਤ ਵੱਡੀਆਂ ਹੋਈਆਂ, ਬਹੁਤ ਮਿਥਕੇ ਹੋਈਆਂ। ਉਹਨਾਂ ਨੇ ਕਿਹਾ ਕਿ ਮੇਰੀਆਂ 2 ਮਾਵਾਂ ਹੈ, ਮੇਰੀ ਇੱਕ ਮਾਂ ਤਾਂ ਇੱਥੇ ਬੈਠੀ ਹੈ ਤੇ ਦੂਜੀ ਮਾਂ ਮਨੀਪੁਰ ਸੀ ਮੇਰੀ, ਉੱਥੇ ਮੇਰੀ ਮਾਂ ਭਾਰਤ ਮਾਤਾ ਦਾ ਕਤਲ ਕੀਤਾ ਗਿਆ ਹੈ। ਇਹਨਾਂ ਗੱਲਾਂ ਤੇ ਲਗਾਤਾਰ ਬੀਜੇਪੀ ਵਾਲੇ ਉਹਨਾਂ ਨੂੰ ਇੰਟਰਪਟ ਕਰ ਰਹੇ ਸੀਗੇ। ਹੁਣ ਇਹਦਾ ਕਾਊਂਟਰ ਮੋਦੀ ਜੀ ਤੋਂ ਥੱਲੇ ਤਾਂ ਕੋਈ ਕਰ ਹੀ ਨਹੀਂ ਸਕਦਾ। ਅਟੈਕ ਸਿੱਧਾ
ਇੰਨਾ ਸ਼ਾਰਪ ਪਹਿਲੀ ਵਾਰ ਮੋਦੀ ਜੀ ਦੀ ਹੁਣ 10ਵਾਂ ਸਾਲ ਚੱਲ ਰਿਹਾ ਟਰਮ ਦਾ ਐਸਪੀਐਮ, ਪਹਿਲੀ ਵਾਰ ਉਹਨਾਂ ਤੇ ਇੰਨਾ ਸ਼ਾਰਪ ਅਟੈਕ ਹੋਇਆ। ਉਹਨਾਂ ਨੇ ਇਹ ਚੰਗਾ ਕੀਤਾ, ਅੱਜ ਅਡਵਾਨੀ ਦਾ ਨਾਂ ਸਿਰਫ ਇੱਕ ਵਾਰੀ ਲਿਆ ਅਖੀਰ ਤੇ ਆ ਕੇ, ਕਿ ਮੋਦੀ ਜੀ ਦੋ ਬੰਦਿਆਂ ਦੀ ਗੱਲ ਸੁਣਦੇ ਆ, ਅਮਿਤ ਸ਼ਾਹ ਤੇ ਅਡਾਨੀ, ਅਖੀਰ ਤੇ ਆ ਕੇ। ਲੇਕਿਨ ਜਿਹੜੀ ਬੇਸਿਕ ਗੱਲ ਹੈ, ਉਹਨਾਂ ਨੇ ਇਹ ਪ੍ਰੂਵ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਬੀਜੇਪੀ ਦੀ ਸਿਆਸਤ ਹੈ ਉਹ ਇੰਟਰਨੈਸ਼ਨਲ ਹੈ, ਮੁਲਕ ਨੂੰ ਵੰਡਣ ਵਾਸਤੇ ਹੈ, ਤੇ ਇਹ ਦੇਸ਼ ਦੇ ਹਿੱਤ ਵਿੱਚ ਨਹੀਂ ਹੈ। ਉੱਥੇ ਲਿਆ ਕੇ ਉਹ ਖਤਮ ਕਰਦੇ ਆ। ਮੇਰਾ ਖਿਆਲ ਅਟੈਕ ਅੱਜ ਬਹੁਤ ਸ਼ਾਰਪ ਹੈ, ਤੇ ਇਹ ਹੁਣ ਦੇਖਦੇ ਆਪਾਂ ਕਿ ਮੋਦੀ ਜੀ ਇਹਦਾ ਰਿਬਟਲ ਕਿਵੇਂ ਕਰਦੇ। ਜੀ ਸਰਦਾਰ ਹਮੀਤ ਸਿੰਘ ਜੀ, ਇਹ ਸਵਾਲ ਸਿਰਫ ਇੱਥੇ ਹੀ ਨਹੀਂ ਖੜਾ। ਜਦੋਂ ਇਹਦੀ ਕਾਟ ਵਜੋਂ ਦੇਖਿਆ ਗਿਆ ਤਾਂ ਤੁਰੰਤ ਪ੍ਰਭਾਵ ਨਾਲ ਜਿਹੜੀਆਂ ਸੱਤਾਧਾਰੀ ਬੈਂਚਾਂ ਤੋਂ ਔਰਤ ਸਾਂਸਦ ਸੀਗੀਆਂ, ਉਹਨਾਂ ਨੇ ਇੱਕ ਸ਼ਿਕਾਇਤ ਕੀਤੀ ਆ ਰਾਹੁਲ ਗਾਂਧੀ ਦੇ ਖਿਲਾਫ ਕਿ ਇਹਨਾਂ ਨੇ ਅਭੱਦਰ ਇਸ਼ਾਰੇ ਕੀਤੇ ਆ ਸਮ੍ਰਿਤੀ ਇਰਾਨੀ ਦਾ ਜ਼ਿਕਰ ਕਰਕੇ। ਮੈਂ ਤੁਹਾਡੀ ਗੱਲ ਤੋਂ ਪਹਿਲਾਂ ਇੱਕ ਗੱਲ ਹੋਰ ਕਹਿ ਰਿਹਾ, ਕਿਸੇ ਨੇ ਵੀ ਬੀਜੇਪੀ ਦੇ ਬੈਂਚਸ ਤੋਂ ਮਣੀਪੁਰ ਦੀ ਸਿਚੁਏਸ਼ਨ ਬਾਰੇ ਕੋਈ ਗੱਲ ਨਹੀਂ ਕੀਤੀ। ਉਹ ਆਪਣੀਆਂ ਪ੍ਰਾਪਤੀਆਂ ਗਣਾਉਣ ਲੱਗੇ ਹੋਏ ਸੀਗੇ। ਹੁਣ ਤੁਸੀਂ ਆਪਣੀ ਗੱਲ ਕਰੋ, ਉਹ ਮਣੀਪੁਰ ਦੇ ਇਸ਼ੂ ਤੇ ਆ ਹੀ ਨਹੀਂ ਰਹੇ। ਜੀ ਸਰਦਾਰ ਹਮੀਤ ਸਿੰਘ ਜੀ, ਅਸਲ ਦੇ ਵਿੱਚ ਬੀਜੇਪੀ ਨੇ ਇੱਕ ਨੈਰੇਟਿਵ ਸਿਰਜਿਆ ਸੀ ਬੜਾ ਪਹਿਲਾਂ 2013 ਤੋਂ ਲੈ ਕੇ ਲਗਾਤਾਰ, ਕਿ ਉਹ ਅਸਲ 'ਚ ਭਾਰਤ ਮਾਤਾ ਦੇ ਸਪੂਤ ਨੇ, ਉਹ ਰਾਸ਼ਟਰਵਾਦੀ ਨੇ, ਤੇ ਰਾਸ਼ਟਰ ਦੇ ਲਈ, ਰਾਸ਼ਟਰ ਉਹਨਾਂ ਲਈ ਸਰਵਪ੍ਰਿਯ ਹੈ, ਪਹਿਲਾਂ ਹੈ, ਪਾਰਟੀ ਬਾਕੀ ਚੀਜ਼ਾਂ ਸਭ ਬਾਅਦ ਦੇ ਵਿੱਚ ਨੇ। ਤੇ ਦੂਜੀਆਂ ਪਾਰਟੀਆਂ ਉਸ ਰਾਸ਼ਟਰਵਾਦ ਦੇ ਘੁੰਮਣ ਘੇਰੇ ਦੇ ਵਿੱਚ ਬੀਜੇਪੀ ਦੇ ਦਾਇਰੇ 'ਚ ਚਲੀਆਂ ਗਈਆਂ। ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਉਹ ਕਾਊਂਟਰ ਕੀ ਕਰਨਾ। ਕਾਊਂਟਰ ਸੀਗਾ ਹੀ ਨਹੀਂ, ਕੋਈ ਦਿਖਾ ਨਹੀਂ ਰਿਹਾ। ਉਹ ਹਜੇ ਚੱਲੀ ਜਾ ਰਹੇ ਹੋ, ਤੁਸੀਂ ਉਹੀ ਕੰਮ ਕਰ ਰਹੇ ਹੋ। ਹੁਣ ਫਸਟ ਟਾਈਮ ਇਹ ਨਜ਼ਰ ਆ ਰਿਹਾ ਉਦੋਂ ਬਾਅਦ ਕਿ ਬੀਜੇਪੀ ਨੂੰ ਹੀ ਆਪਣੇ ਹੀ ਵਰਤਾਂਤ ਦੇ ਵਿੱਚ ਘੇਰਨ ਦਾ ਜਿਹੜਾ ਇੱਕ ਸਿਸਟਮ ਹੈ, ਉਹੀ ਸ਼ਬਦਾਵਲੀ ਨਾਲ, ਉਹੀ ਨੈਰੇਟਿਵ ਦੇ ਨਾਲ, ਤੇ ਉਹੀ ਤੱਥਾਂ ਦੇ ਨਾਲ, ਉਸ ਲੈਵਲ ਦੇ, ਇਹ ਸ਼ਾਇਦ ਪਹਿਲੀ ਵਾਰ ਦੇਖਣ ਨੂੰ ਮਿਲਦਾ ਹੈ ਉਸ ਕਾਟ ਦੇ ਤੌਰ ਤੇ ਜਿਹੜੇ ਗੱਲ ਦੇਖਣ ਨੂੰ ਮਿਲਦੀ ਹੈ। ਕਿਉਂਕਿ ਨਹੀਂ ਤਾਂ ਦੇਸ਼ ਧਰੋਹੀ ਜਿਹਨੂੰ ਮਰਜ਼ੀ ਸਰਕਾਰ ਕਹਿੰਦੀ ਸੀ ਵੀ ਇਹ ਦੇਸ਼ ਧਰੋਹੀ ਨੇ, ਇਹ ਫਲਾਣੇ ਕਰ ਰਹੇ ਨੇ। ਜਦੋਂ ਵੀ ਫੌਜਦਾਰ ਮਾਮਲਾ ਆਉਂਦਾ ਸੀ, ਜਿੰਨੇ ਵੀ ਮੁੱਦੇ ਆਏ, ਸਭ 'ਚ ਸਾਈਡਲਾਈਨ ਕਰਦੇ ਸੀ। ਇੱਕ WhatsApp ਯੂਨੀਵਰਸਿਟੀ ਵੀ ਚੱਲ ਪੈਂਦੀ ਸੀ, ਬਾਕੀ ਲੋਕ ਵੀ ਚੱਲ ਪੈਂਦੇ ਸੀ। ਜਦੋਂ ਦਾ ਇੰਡੀਆ ਬਣਿਆ, 26 ਡਿਫਰੈਂਟ ਪਾਰਟੀਆਂ ਦਾ ਗਰੁੱਪ, ਇੱਕ ਤਾਂ ਉਹਦੀ ਤਾਕਤ ਬਣ ਜਾਂਦੀ ਹੈ ਗਰੁੱਪ ਦੀ। ਜੇਕਰ ਕੋਈ ਕੱਲਾ ਕਾਂਗਰਸ ਕਹਿੰਦੀ ਜਾਂ ਕੋਈ ਕੱਲਾ ਕੋਈ ਹੋਰ ਕਹਿੰਦਾ ਜਾਂ ਬਾਕੀ ਦੇ ਲੋਕ, ਉਹ ਇੱਕ ਅਲੱਗ ਗੱਲ ਹੋਣੀ ਸੀ। ਔਰ ਇਹਦੇ 'ਚ ਜਿਹੜੀ ਹਿੰਦੂ ਪੋਲਿਟਿਕਸ ਦੀ ਗੱਲ ਕਰਦੀ ਹੈ, ਸ਼ਿਵ ਸੈਨਾ ਵੀ ਹੈ ਇਹਦੇ 'ਚੋਂ। ਸਾਰੇ ਹੀ ਬੰਦੇ ਨੇ ਜਿਹੜੇ ਵੱਖ-ਵੱਖ ਟਾਈਪ ਦੇ, ਕਿਉਂਕਿ ਉਹ ਉਦੋਂ ਵੀ ਅੱਗੇ ਨੇ, ਇਸ ਲਈ ਉਹਨੂੰ ਵੀ ਨਹੀਂ ਤੁਸੀਂ ਕਹਿ ਸਕਦੇ। ਇੱਕ ਤਾਂ ਇਹ ਇੱਕ ਵੱਡਾ ਕੁਐਸਚਨ ਹੈ, ਸੋਲਿਡ ਕੁਐਸਚਨ, ਜਿਹੜਾ ਬੀਜੇਪੀ ਦੇ ਸਾਹਮਣੇ ਸਭ ਤੋਂ ਬੜਾ ਖੜਾ ਹੋ ਰਿਹਾ ਹੈ। ਦੂਸਰਾ ਸਵਾਲ ਡੈਮੋਕ੍ਰੈਟਿਕ ਐਟੀਟਿਊਡ ਦਾ ਮੇਰੇ ਖਿਆਲ ਹੈ, ਜਿਹੜਾ ਨਰਿੰਦਰ ਮੋਦੀ ਇਸ ਕਰਕੇ ਇਹਨਾਂ ਨੂੰ ਟਾਰਗੇਟ ਕਰਦੇ ਰਹੇ ਉਸ ਸਾਰੇ ਮਾਮਲੇ 'ਚ ਕਿ ਪਰਿਵਾਰ ਦੀ ਪਾਰਟੀ ਹੈ, ਇੱਕੋ ਬੰਦਾ ਹੈ। ਜਿਵੇਂ ਕੱਲ ਵੀ ਗੱਲ ਕੀਤੀ ਗਈ ਇੱਥੇ ਵੀ ਸੋਨੀਆ ਗਾਂਧੀ ਲਈ ਤਾਂ ਦੋ ਹੀ ਗੱਲਾਂ ਨੇ ਜੀ, ਆਪਣਾ ਬੇਟਾ ਤੇ ਆਪਣਾ ਦਮਾਦ, ਇਹੀ ਸੈੱਟ ਕਿਵੇਂ ਕਰਨਾ, ਫਲਾਣਾ ਤੇ ਇਹੋ ਜਿਹਾ। ਪਰ ਮੈਨੂੰ ਲੱਗਦਾ ਕਾਂਗਰਸ ਨੇ ਇੰਟਰਨਲ ਇਲੈਕਸ਼ਨ ਕਰਾ ਕੇ ਉਹਦਾ ਵੀ ਇੱਕ ਲੈਵਲ ਦਾ ਜਵਾਬ, ਜਿਹੜਾ ਖੜਗੇ ਸਾਹਿਬ ਜਦੋਂ ਬੋਲਦੇ ਨੇ, ਸਾਰੇ ਜਗ੍ਹਾ ਜਾਂਦੇ ਨੇ, ਉਹਨਾਂ ਦਾ ਜੋ ਰਿਸਪੈਕਟ ਦਿਖਦਾ ਉਸ ਲੈਵਲ ਤੇ, ਉਹ ਐਲੀਗੇਸ਼ਨ ਜਿਹੜੇ ਕੱਲੇ ਸੀ ਨਾ, ਕੱਲੇ ਸਟੈਪ ਬਾਈ ਸਟੈਪ ਲੱਗਦੇ ਸੀ, ਉਹਨਾਂ ਨੂੰ ਉਹ ਗੱਠਾਂ ਖੋਲਣੀਆਂ ਸ਼ੁਰੂ ਕਰਤੀਆਂ ਵੀ ਆ ਵੀ ਗਿਆ, ਆ ਵੀ ਗਿਆ, ਆ ਵੀ ਗਿਆ, ਜਾਂ ਆ ਵੀ ਗਿਆ। ਉਸ ਕਰਕੇ ਜਿਹੜਾ ਹੁਣ ਕੁਐਸਚਨ ਪੈਦਾ ਹੁੰਦਾ ਹੈ ਕਿ ਪਹਿਲੀ ਵਾਰ ਕਾਂਗਰਸ ਨੇ ਇਹ ਸਟੈਂਡ ਲਿਆ ਕਲੀਅਰ ਕੱਟ ਕੁਝ ਸਮੇਂ ਤੋਂ ਬਾਅਦ, ਜਦੋਂ ਦੀ ਰਾਹੁਲ ਗਾਂਧੀ ਦੀ ਉਹ ਯਾਤਰਾ ਆਈ ਹੈ ਜਾਂ ਉਦੋਂ ਬਾਅਦ ਲਗਾਤਾਰ, ਕਿ ਨਫ਼ਰਤ ਦੀ ਸ਼ੋਰੂਮ ਦੇ ਮੁਕਾਬਲੇ ਮੁਹੱਬਤ ਦੀ ਦੁਕਾਨ ਹੈ। ਇਦੋਂ ਪਹਿਲਾਂ ਉਹ ਮੰਦਰ ਹੀ ਜਾਂਦੇ ਸੀ, ਇਦੋਂ ਪਹਿਲਾਂ ਉਹੀ ਕੰਮ ਕਰਦੇ ਸੀ ਜੋ ਬੀਜੇਪੀ ਕਰਦੀ ਸੀ। ਇੱਕ ਲਾਈਨ ਕੱਢ ਕੇ ਮਤਲਬ ਕੰਟਰਾਸਟ ਨਹੀਂ ਸੀ ਲਿਆ ਉਹਨਾਂ ਨੇ ਦੋਹਰਾ ਸਟੈਂਡ ਲੈ ਲਿਆ। ਅੱਜ ਜਦੋਂ ਬੋਲਣ ਲੱਗੇ, ਸਪੀਕਰ ਸਾਹਿਬ ਨੂੰ ਕਿਹਾ ਮੈਂ ਮਾਫੀ ਮੰਗਦਾ, ਅਪੋਲੋਜੀ, ਤੇ ਕਿਉਂਕਿ ਮੈਂ ਪਹਿਲਾਂ ਅਡਾਨੀ ਬਾਰੇ ਬੋਲਿਆ ਸੀ, ਤੁਹਾਡੇ ਸ਼ਾਇਦ ਬੜੇ ਲੀਡਰਾਂ ਨੂੰ ਉਹ ਗੱਲ ਚੰਗੀ ਨਹੀਂ ਲੱਗੀ, ਥੋੜੀ ਤਕਲੀਫ ਤੁਹਾਨੂੰ ਵੀ ਹੋਈ ਹੋਣੀ ਹੈ, ਨਾਲ ਇਹ ਟਿੱਚਰ ਕਰਤੀ ਵੀ ਅੱਜ ਮੈਂ ਮਾਫੀ ਮੰਗਦਾ, ਅੱਜ ਮੈਂ ਅਡਾਨੀ ਤੇ ਗੱਲ ਹੀ ਨਹੀਂ ਕਰਨੀ। ਇਸ ਲਈ ਤੁਸੀਂ ਬੜਾ ਚੁੱਪ ਕਰਕੇ ਸੁਣ ਸਕਦੇ ਹੋ ਸਾਰੇ ਬੰਦੇ। ਕਿਹਾ ਵੀ ਹੈ ਤਰੀਕੇ ਨਾਲ ਉਹੀ ਗੱਲ ਕਿ ਮੈਂ ਸਹੀ ਸੀ, ਨਾਲ ਅਡਾਨੀ ਬਾਰੇ ਵੀ ਮੈਂ ਸਹੀ ਸੀ ਉਸ ਮਾਮਲੇ 'ਚ। ਇੱਕ ਕਾਰਪੋਰੇਟ ਦੇ ਕੁਝ ਖਾਸ ਘਰਾਣੇ ਜਿਨ੍ਹਾਂ ਨੂੰ ਅੱਗੇ ਪਹੁੰਚਾਇਆ ਜਾ ਰਿਹਾ, ਨੰਬਰ 1। ਨੰਬਰ 2 ਫਿਰਕੂ ਟਾਈਪ ਦੀ ਜਿਹੜੀ ਇੱਕ ਸਿਆਸਤ ਹੈ। ਇਸੇ ਕਰਕੇ ਉਹਨਾਂ ਨੇ ਇਹ ਕਿਹਾ ਕਿ ਮਨੀਪੁਰ ਕਹਿਣ ਨੂੰ ਤੁਸੀਂ ਮਨੀਪੁਰ ਕਹਿ ਰਹੇ ਆਪਾਂ ਸ਼ਬਦ ਦੇ ਤੌਰ ਤੇ, ਹੁਣ ਇੱਕ ਮਨੀਪੁਰ ਨਹੀਂ ਹੈ, ਉਹ ਦੋ ਹੋ ਚੁੱਕੇ ਨੇ। ਤੁਸੀਂ ਇੰਨਾ ਕੰਟਰਾਸਟ ਕਰਤਾ ਕਿ ਉਹ ਦੋ ਸੂਬੇ ਹੋ ਚੁੱਕੇ ਨੇ ਅੰਦਰ, ਇੱਕ ਦੂਜੇ ਨਾਲ ਬਹਿਣ ਲਈ ਤਿਆਰ ਨਹੀਂ ਹੈ, ਇਸ ਲੈਵਲ ਤੇ ਚਲਾ ਗਿਆ। ਔਰ ਇਹ ਪੋਲਿਟਿਕਸ ਦੇਸ਼ ਨੂੰ ਕਿੱਥੇ ਲਿਜਾਏਗੀ। ਔਰ ਹੱਤਿਆ ਵੱਖ-ਵੱਖ ਮਾਮਲਿਆਂ 'ਚ ਹੀ ਹੁੰਦੀ ਹੈ, ਕਦੇ ਇੱਕ ਸੂਬੇ 'ਚ ਕਰੋਗੇ, ਦੂਜੇ 'ਚ, ਤੀਜੇ 'ਚ, ਹੌਲੀ ਹੌਲੀ ਸਾਰਾ ਕੰਮ
ਜਿਹੜਾ ਵਿਗੜ ਜਾਂਦਾ। ਇਹ ਮੈਨੂੰ ਲੱਗਦਾ ਆਈਡੀਓਲੋਜੀਕਲ ਲੜਾਈ ਇੱਥੋਂ ਸ਼ੁਰੂ ਹੁੰਦੀ ਹੈ ਅਸਲ ਦੇ ਵਿੱਚ। ਜਿਹੜਾ ਇੱਕ ਪਹਿਲਾਂ ਹੁੰਦੀ ਹੈ ਬਿਆਨਬਾਜ਼ੀ ਦੀ ਲੜਾਈ, ਇੱਕ ਇਹ ਹੈ ਵਿਚਾਰਧਾਰਕ ਲੜਾਈ, ਜਦੋਂ ਜਿਹਦੇ ਤੇ ਲੜਾਈ ਸ਼ਾਇਦ 24 ਦਾ ਇਲੈਕਸ਼ਨ ਵੀ ਸ਼ਾਇਦ ਇਸ ਵਿਚਾਰਧਾਰਾ ਤੇ ਲੜਿਆ ਜਾਵੇ ਦੋਨਾਂ 'ਚ, ਜਿਹੜੀ ਇਹ ਗੱਲ ਉਸ ਲੈਵਲ ਤੇ ਹੋਈ। ਇਹਦੇ 'ਚੋਂ ਬੀਜੇਪੀ ਫੰਬਲ ਕਰ ਰਹੀ ਹੈ, ਅਜੇ ਤੱਕ ਕੋਈ ਬਹੁਤ ਸੋਲਿਡ ਜਵਾਬ ਨਹੀਂ ਹੈ। ਹੁਣ ਤੁਸੀਂ ਦੇਖ ਲਓ, ਜਿਹੋ ਜਿਹਾ ਸਿਮਰਤ ਇਰਾਨੀ ਜਾਂ ਬਾਕੀ ਨੇ ਵੀ ਇੱਕ ਇਲਜ਼ਾਮ ਲਾਇਆ, ਹਾਲਾਂਕਿ ਜੇ ਕੋਈ ਗੱਲ ਇਹੋ ਜਿਹੀ ਹੈ ਤਾਂ ਜਾਂਚ ਹੋ ਜੇ, ਉਹ ਅਲੱਗ ਗੱਲ ਹੈ, ਪਰ ਉਹਦਾ ਕਿਰਦਾਰ ਇਹੋ ਜਿਹਾ ਦੇਖਿਆ ਨਹੀਂ ਗਿਆ ਪਿਛਲੇ ਲੰਮੇ ਸਮੇਂ ਦੇ ਵਿੱਚੋਂ। ਕੋਈ ਇਸ ਲੈਵਲ ਦੀ ਹਲਕੀ ਗੱਲ ਜਾਂ ਇਸ ਲੈਵਲ ਦੀ ਕੋਈ ਗੱਲ ਕਰਨ ਦੇ ਜਿਹੜੇ ਸਵਾਲ ਆਏ ਹੋਣ ਕਦੇ ਸਾਹਮਣੇ। ਬੰਦੇ ਦਾ ਕਿਰਦਾਰ ਵੀ ਤਾਂ ਹੁੰਦਾ ਨਾ, ਕੰਟੀਨਿਊ ਪਬਲਿਕ ਫੀਲਡ 'ਚ ਬੰਦਾ ਹੁੰਦਾ, ਜਨਤਕ ਫੀਲਡ ਦੇ ਵਿੱਚ, ਤੇ ਉਹ ਕਿਹੋ ਜਿਹਾ ਕੰਮ ਕਰਦਾ, ਕਿਵੇਂ ਕਰਦਾ, ਕਿਸ ਲੈਵਲ ਦੀ ਗੱਲ ਹੁੰਦੀ ਹੈ। ਤੇ ਜਦੋਂ ਤੁਸੀਂ ਇਸ ਲੈਵਲ ਤੇ ਆ ਜਾਓਗੇ ਜਾ ਕੇ ਵੱਖ-ਵੱਖ ਮਾਮਲਿਆਂ 'ਚ, ਤੇ ਰਾਘਵ ਚੱਡਾ ਨੇ ਗਲਤ ਕੀਤਾ ਹੋਣਾ, ਹੋ ਸਕਦਾ ਗਲਤ ਕੀਤਾ, ਜਾਂ ਉਹ ਬੰਦੇ ਮੁੱਕਰ ਗਏ, ਕੋਈ ਪਤਾ ਨਹੀਂ, ਹਜੇ ਉਦੋਂ ਬਾਅਦ ਪਤਾ ਲੱਗੂਗਾ। ਪਰ ਜਦੋਂ ਸੱਤਾਧਾਰੀ ਪਾਰਟੀ ਇੱਕ ਛੋਟੀ-ਛੋਟੀ ਗੱਲ ਤੇ ਪਿੱਛੇ ਪੈਣਾ ਸ਼ੁਰੂ ਹੁੰਦੀ ਹੈ ਨਾ, ਇਹਦਾ ਮਤਲਬ ਅੰਦਰ ਕੁਝ ਬੜਾ ਡਰ ਹੋ ਜਾਂਦਾ ਹੈ। ਨਹੀਂ ਤਾਂ ਵੱਡੇ ਬੰਦੇ ਨੂੰ ਇਹ ਕਰਨ ਦੀ ਲੋੜ ਨਹੀਂ ਪੈਂਦੀ, ਉਹ ਕਹਿੰਦੇ ਚੱਲ ਕੋਈ ਗੱਲ ਨਹੀਂ, ਸੁਰਲੀਆਂ ਚੱਲਦੀਆਂ ਨੇ ਤੇ ਇਹਦੇ ਲਈ ਆਪਾਂ ਟਾਈਮ ਖਰਾਬ ਨਹੀਂ ਕਰਨਾ। ਇਸ ਕਰਕੇ ਅੱਜ ਜਿਹੜਾ ਉਹ ਵਰਤਾਰਾ ਸੀ, ਜਿਹੜਾ ਓਵਰਆਲ ਵਰਤਾਂਤ ਸੀ ਮਨੀਪੁਰ ਦੇ ਮਾਮਲੇ ਦੇ ਵਿੱਚ, ਜਿੱਥੇ ਰਾਹੁਲ ਗਾਂਧੀ ਪਹਿਲਾਂ ਕੱਲਾ ਵੀ ਜਾ ਕੇ ਆਇਆ, ਇਸ ਲਈ ਉਹ ਮੋਰਲੀ ਅਥਾਰਟੀ ਉਹਦੇ ਕੋਲ ਜ਼ਿਆਦਾ ਹੈ। ਉਸ ਤੋਂ ਬਾਅਦ ਵਿਰੋਧੀ ਧਿਰ ਦੇ 21 MP ਫੇਰ ਜਾ ਕੇ ਆਏ, ਇਸ ਕਰਕੇ ਬੀਜੇਪੀ ਨਾਲ ਉਹਦੇ ਕੋਲ ਜ਼ਿਆਦਾ ਮੋਰਲ ਅਥਾਰਟੀ ਹੈ ਕੰਪੈਰੀਟਿਵਲੀ। ਉਹਨੇ ਉਦਾਹਰਨਾਂ ਦੇਣ ਜੋਗਾ ਤਾਂ ਹੀ ਹੋਇਆ ਕਿ ਜਦੋਂ ਮੈਂ ਗਿਆ ਤੇ ਉਹ ਬੀਬੀ ਨੇ ਕੀ ਕਿਹਾ ਕਿ ਮੇਰੇ ਬੱਚੇ ਨਾਲ ਮੈਂ ਕਿਵੇਂ ਰਾਤ ਨੂੰ ਰਹੀ, ਮੈਂ ਦਿਲ ਤੋਂ ਬੋਲਦਾ, ਜਾਂ ਬਾਕੀ ਦੀਆਂ ਚੀਜ਼ਾਂ ਬੋਲਦੀਆਂ ਨੇ, ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਕਾਟ ਕੀ ਹੋਏਗਾ। ਮਤਲਬ ਤੁਸੀਂ ਸਾਇਲੈਂਟ ਹੋ ਜਾਓਗੇ। ਤੇ ਡਬਲ ਇੰਜਨ ਦੀ ਸਰਕਾਰ 'ਚ ਜਿੱਥੇ ਸੁਪਰੀਮ ਕੋਰਟ ਇਹ ਕਹਿ ਚੁੱਕੀ ਹੈ ਕਿ ਲਾ ਐਂਡ ਆਰਡਰ ਟੋਟਲ ਫੇਲਿਅਰ ਹੈ, ਤੁਹਾਡੇ ਤੇ ਯਕੀਨ ਹੈ ਨਹੀਂ ਤੁਹਾਡੀ SIT ਤੇ, 3 ਹਾਈ ਕੋਰਟ ਦੇ ਸਾਬਕਾ ਜੱਜ ਜਾਂਚ ਕਰਨਗੇ, ਉਹਦੇ 'ਚ ਵੱਖ-ਵੱਖ ਸਟੇਟਾਂ ਦੇ ਬੰਦੇ ਪੁਲਿਸ ਵਾਲੇ ਲਿਆ ਕੇ ਉਹ ਜਾਂਚ ਕਰਨਗੇ, ਫਿਰ ਵੀ ਚੀਫ ਮਿਨਿਸਟਰ ਹੈ। ਇਹਦਾ ਮਤਲਬ ਮਾਰਲ ਲੜਾਈ ਬੀਜੇਪੀ ਹਾਰ ਚੁੱਕੀ ਹੈ ਇੱਕ ਟਾਈਪ ਦੀ, ਇਖਲਾਕੀ ਤੌਰ ਦੇ ਉੱਤੇ। ਬਾਕੀ ਨੰਬਰ ਉਹਨਾਂ ਕੋਲ ਹੈਗਾ, ਸਭ ਚੀਜ਼ਾਂ ਉਹਨਾਂ ਕੋਲ ਹੈ ਨੇ, ਇਹਦੇ ਲਈ ਆਏ ਨਹੀਂ ਕਿ ਸਰਕਾਰ ਨੂੰ ਕੋਈ ਫਰਕ ਪਏਗਾ ਜਾਂ ਬਹੁਤਾ ਪਏਗਾ। ਔਰ ਸਭ ਤੋਂ ਪਹਿਲੀ ਲੜਾਈ ਮੇਰਾ ਖਿਆਲ ਹੈ ਇਖਲਾਕ ਤੋਂ ਸਟਾਰਟ ਹੁੰਦੀ ਹੈ, ਬਾਅਦ ਦੀਆਂ ਗੱਲਾਂ ਬਾਅਦ ਦੇ ਵਿੱਚ ਚੱਲਦੀਆਂ। ਜੀ, ਇਹ ਸਵਾਲ ਤੁਹਾਡਾ ਬਿਲਕੁਲ ਠੀਕ ਹੈ ਕਿ ਜਿਹੜੀ ਲੜਾਈ ਹੈ ਉਹ ਲੜਾਈ ਬਹੁਤ ਵੱਡੇ ਪੱਧਰ ਤੇ ਲੜੀ ਜਾ ਰਹੀ ਹੈ, ਪਰ ਇਹ ਰਾਹੁਲ ਗਾਂਧੀ ਨੂੰ ਵੀ ਥੋੜਾ ਜਿਹਾ ਮੈਚਿਓਰਿਟੀ ਦਿਖਾਉਣੀ ਚਾਹੀਦੀ ਹੈ ਕਿ ਜਦੋਂ ਇੰਨੀ ਤਲਖੀ ਹੋਵੇ ਉਦੋਂ ਮਜ਼ਾਕ ਦੇ ਵਿੱਚ ਵੀ ਜਾਂ ਲਾਈਟ ਮੂਡ ਦੇ ਵਿੱਚ ਵੀ ਕੋਈ ਇਸ਼ਾਰਾ ਵੀ ਜੇ ਕੀਤਾ ਜਾ ਰਿਹਾ, ਹਾਲਾਂਕਿ ਉਹਨਾਂ ਦੀ ਇੰਟੈਂਸ਼ਨ ਬਾਰੇ ਸਾਰਾ ਦੇਸ਼ ਜਾਣਦਾ ਹੈ ਕਿ ਕਰੈਕਟਰ ਵਾਈਜ਼ ਕੋਈ ਰਾਹੁਲ ਗਾਂਧੀ ਤੇ ਜ਼ਿਆਦਾ ਦੋਸ਼ ਨਹੀਂ ਹੈ, ਉਦੋਂ ਪਰਿਸਥਿਤੀਆਂ ਕੀ ਸੀ, ਲੇਕਿਨ ਉਹਨਾਂ ਤੇ ਇਲਜ਼ਾਮ ਤਾਂ ਸੰਗੀਨ ਲੱਗ ਗਿਆ। ਇਹਦੀ ਜਾਂਚ ਹੋਣੀ ਹੈ ਜਾਂ ਇਹਦੀ ਜਾਂਚ ਹੋਏਗੀ, ਇਹ ਤਾਂ ਸਵਾਲ ਵੱਡਾ ਹੈ। ਔਰ ਇਹੋ ਜਿਹੇ ਮਾਮਲੇ ਥੋੜੀ ਕੀਤਿਆਂ ਸੱਤਾਧਾਰੀ ਤੇ ਛੱਡ ਦਿੱਤਾ ਹੈ ਨਹੀਂ। ਹੁਣ ਜਿਹੜੇ ਰਾਘਵ ਚੱਡਾ ਦੇ ਖਿਲਾਫ ਮਾਮਲਾ ਆਇਆ, ਉਹਦੇ ਵਿੱਚ ਵੀ ਜੇ ਪ੍ਰਿਵਿਲੇਜ ਕਮੇਟੀ ਕੋਲ ਜਾਂਦਾ, ਜੇ ਉਹ ਮਾਫੀ ਮੰਗ ਲੈਂਦੇ ਨੇ ਜਿਵੇਂ ਤੁਸੀਂ ਕਹਿ ਰਹੇ ਸੀਗੇ ਸਰਦਾਰ ਹਰਮੀਤ ਸਿੰਘ ਦੀ, ਤਾਂ ਸ਼ਾਇਦ ਮਾਮਲਾ ਨਿਪਟ ਜਾਏ। ਅਦਰਵਾਈਜ਼ ਤਾਂ ਫਿਰ ਜਿੱਦਾਂ ਸੰਜੇ ਸਿੰਘ ਕਹਿ ਰਹੇ ਸੀ ਕਿ ਫਿਰ ਤਾਂ ਸਾਡੇ ਰਾਘਵ ਚੱਡਾ ਸਾਹਿਬ ਪੰਜਾਬ ਤੋਂ ਲੜ ਕੇ ਪਾਰਲੀਮੈਂਟ ਚ ਆਉਣਗੇ। ਤੇ ਮੈਂ ਸਵੇਰੇ ਵੀ ਜ਼ਿਕਰ ਕੀਤਾ ਸੀ ਵੀ ਕਈ ਵਾਰੀ ਬਹੁਤੇ ਪਿਆਰੇ ਸ਼ਰੀਕ ਬਣ ਕੇ ਫਸਾ ਵੀ ਦਿੰਦੇ ਹੁੰਦੇ ਆ। ਪੰਜਾਬ ਏਡਾ ਖਿੱਲ ਨਹੀਂ ਕਿ ਜਿਤਾ ਕੇ ਬਾਹਰਲੇ ਬੰਦਿਆਂ ਨੂੰ ਭੇਜਦੇ, ਰਿਕਾਰਡ ਹੋਰ ਤਰ੍ਹਾਂ ਦਾ ਰਿਹਾ। ਸਰਦਾਰ ਹਰਮੀਤ ਸਿੰਘ ਜੀ, ਮੈਂ ਤੁਹਾਡੇ ਤੋਂ ਹੀ ਅਗਲਾ ਮੁੱਦਾ ਲੈਣਾ ਚਾਹੂੰਗਾ। ਸਰਦਾਰ ਜਗਤਾਰ ਸਿੰਘ ਜੀ ਉਹਦੇ ਉੱਤੇ ਆਪਣੀ ਟਿੱਪਣੀ ਦੇਣਗੇ। ਜਿਹੜਾ ਮਾਮਲਾ ਕੱਲ ਉਹ ਬੀਬੀਆਂ ਜਿਹੜੀਆਂ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਨੂੰ ਲਾਏ ਜਾਣ ਤੋਂ ਬਾਅਦ ਨਾਰਾਜ਼ ਸੀਗੀਆਂ, ਬਾਕੀਆਂ ਨਾਲ ਸੁਰ ਰੱਖਦੀਆਂ ਸੀ, ਸਾਰੀ ਸਟੇਟ ਦੇ ਵਿੱਚ ਮੋਬਿਲਾਈਜ਼ ਕਰ ਰਹੀਆਂ ਸੀ ਔਰਤ ਵਰਕਰਸ ਤੇ ਲੀਡਰਸ ਨੂੰ, ਉਹ ਜਦੋਂ ਸੁਖਬੀਰ ਬਾਦਲ ਨੂੰ ਮਿਲਦੀਆਂ 3 ਘੰਟੇ, ਤਾਂ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਸੀਗੇ ਉਹ ਮੰਜ਼ਰ ਹੀ ਅਜੀਬੋ-ਗਰੀਬ ਸੀ। ਅਕਾਲੀ ਦਲ ਦੇ ਇਤਿਹਾਸ ਵਿੱਚ ਮੇਰੇ ਖਿਆਲ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਾਂ ਇਹੋ ਜਿਹਾ ਸਮਾਂ ਕਦੇ ਫੇਸ ਹੀ ਨਹੀਂ ਕਰਨਾ ਪਿਆ ਹੋਊਗਾ। ਮੈਨੂੰ ਲੱਗਦਾ ਹੈ ਕਿ ਜੇ ਇੰਨੀ ਸ਼ਿੱਦਤ ਨਾਲ ਉਹਨਾਂ ਨੇ ਮੁੱਦੇ ਉਠਾਏ ਆ ਤਾਂ ਅਕਾਲੀ ਲੀਡਰਸ਼ਿਪ ਦੇ ਵਿੱਚ ਮੇਲ ਮੈਂਬਰਸ ਲਈ ਤਾਂ ਕੋਈ ਜਗ੍ਹਾ ਹੀ ਨਹੀਂ ਬਚੀ। ਸੋ ਮੈਂ ਸਮਝਣਾ ਚਾਹੂੰਗਾ ਤੁਹਾਡੇ ਕੋਲੋਂ ਕਿ ਦਰਅਸਲ ਸਾਰਾ ਮਾਮਲਾ ਕਿੱਦਾਂ ਅੱਗੇ ਵਧਿਆ ਔਰ 3 ਘੰਟੇ ਦਾ ਉਹ ਦ੍ਰਿਸ਼ ਕਿਹੋ ਜਿਹਾ ਸੀਗਾ ਜਿਸ ਤਰੀਕੇ ਨਾਲ ਤੁਸੀਂ ਸਮਝਣ ਦਾ ਯਤਨ ਕੀਤਾ। ਇਹਦੇ ਚੋਂ ਇੱਕ ਗੱਲ ਤਾਂ ਇਹ ਨਜ਼ਰ ਆਉਂਦੀ ਹੈ ਕਿ ਜਿਹੜੀਆਂ ਬੀਬੀਆਂ ਇਸਤਰੀ ਅਕਾਲੀ ਦਲ ਚ ਸੀ, ਜਿਹੜੀ ਘੱਟੋ ਘੱਟ ਮੇਨ ਟੀਮ, ਉਹ 2 ਦਰਜਨ ਦੀ ਬੀਬੀਆਂ ਜਿਹੜੀਆਂ ਕੱਲ ਆਈਆਂ ਗੱਲ ਕਰਨ ਲਈ, ਉਹਨਾਂ ਨੂੰ ਪੰਥਕ ਰਾਜਨੀਤੀ ਵਿਚਾਰਧਾਰਾ ਤੇ ਉਹਦੇ ਨਾਲ ਜੁੜਾ ਤੇ ਆਪਣੀ ਗੱਲ ਕਹਿਣ ਦਾ ਕੰਟੀਨਿਊਟੀ ਵੀ ਉਹਨਾਂ ਕੋਲ ਹੈ। ਐਵੇਂ ਨਹੀਂ ਹੈ ਕਿ ਫੜ ਕੇ ਉਹ ਬੀਬੀਆਂ ਐ ਪਾਈਆਂ ਗਈਆਂ ਨੇ ਵੀ ਆ ਕੇ ਜੀ ਚਲੋ ਇੱਕ ਇਸਤਰੀ ਅਕਾਲੀ ਦਲ ਬਣਾਤਾ, ਨੋਮੀਨੇਟ ਕਰਤਾ। ਇਟ ਮੀਨਸ ਉਹ ਰੂਹੋਂ ਦਿਲੋਂ ਵਿਚਾਰਧਾਰਾ ਦੇ ਪੱਖ ਤੋਂ ਜੁੜੀਆਂ ਲੱਗਦੀਆਂ ਨੇ, ਤਾਂ ਹੀ ਕੋਈ ਬੰਦਾ ਉਹ ਗੱਲਾਂ ਕਰ ਸਕਦਾ, ਨਹੀਂ ਤਾਂ ਉਹ ਗੱਲਾਂ ਆਉਂਦੀਆਂ ਹੀ ਨਹੀਂ ਕਰਨੀਆਂ। ਇਹ ਗੱਲਾਂ ਇੱਕ ਪ੍ਰੈਕਟਿਸ ਤੋਂ ਬਿਨਾਂ ਨਹੀਂ ਆਉਂਦੀਆਂ। ਤੁਸੀਂ ਜਿਹੜੀਆਂ ਚੀਜ਼ਾਂ ਕਰਦੇ ਹੋ ਬੜੇ ਮਾਹਰ ਬੰਦੇ ਹੀ ਕਰਦੇ ਨੇ ਜਦੋਂ ਤੁਸੀਂ ਉਹ ਗੱਲ ਕਰਦੇ ਹੋ। ਔਰ ਜਿਹੜੀ 3 ਘੰਟੇ ਦੀ ਲੰਮੀ ਮੀਟਿੰਗ ਹੈ ਔਰ ਜ਼ਿਆਦਾਤਰ
ਉਹਨਾਂ ਦੀ ਨਾਰਾਜ਼ਗੀ ਦੇ ਕਈ ਕਾਰਨ ਨੇ। ਇੱਕ ਤਾਂ 1 ਮਹੀਨਾ ਕਿਵੇਂ ਲੱਗ ਗਿਆ, ਮਤਲਬ ਇਸ ਗੱਲ ਲਈ ਉਹਨਾਂ ਨੇ ਕਿਹਾ ਵੀ ਸਾਨੂੰ ਮਿਲਣ ਲਈ ਪ੍ਰਧਾਨ ਸਾਹਿਬ ਨੂੰ 1 ਮਹੀਨਾ ਲੱਗ ਜੇ ਐਡੇ ਮਾਮਲੇ ਦੇ ਵਿੱਚ, ਤੇ ਫਿਰ ਤਾਂ ਸਾਡੀ ਮਤਲਬ ਵੈਲਿਊ ਕੀ ਹੈ ਸਾਨੂੰ ਦਿਖਾਇਆ ਜਾਂਦਾ। ਦੂਜੀ ਗੱਲ, ਉਹਨਾਂ ਨੇ ਇਹ ਕਿਹਾ ਕਿ ਤੁਹਾਡੇ ਕਈ ਬੰਦੇ, ਉਹਨਾਂ ਨੇ ਮੋਗੇ ਏਰੀਏ ਦੇ ਬੰਦੇ ਦਾ ਨਾਂ ਲਿਆ, ਲੁਧਿਆਣੇ ਦਾ ਵੀ ਨਾਂ ਲਿਆ, ਕਿ ਕਿਹਨਾਂ ਨੂੰ ਤੁਸੀਂ ਟਿਕਟ ਦਿੱਤੀ, ਕਦੇ ਨਹੀਂ ਜਿੱਤੇ, ਮੁੜ ਕੇ ਇੱਕ ਅੱਧੀ ਵਾਰੀ ਕਦੇ ਕੋਈ ਜਿੱਤ ਗਿਆ, ਕਿਤੇ ਉਹ ਹੋ ਗਿਆ, ਤੇ ਉਹ ਸਾਨੂੰ ਕਹਿੰਦੇ ਨੇ ਵੀ ਇਹ 2-4 ਬੀਬੀਆਂ 10 ਫੁਰਿਆ ਫਿਰਦੀਆਂ ਨੇ, ਆਪੀ ਚੁੱਪ ਕਰ ਜਾਣਗੀਆਂ। ਕੋਈ ਕੁਛ ਕਹਿ ਰਿਹਾ, ਕੋਈ ਕੁਛ, ਜਿਨ੍ਹਾਂ ਤੇ ਐਲੀਗੇਸ਼ਨ ਹੈ ਵੀ ਤੁਸੀਂ ਉਹਨਾਂ ਨੂੰ ਛੁੱਟੀ ਦਿੱਤੀ ਹੋਈ ਹੈ, ਇਹਦਾ ਮਤਲਬ ਸਾਡੇ ਕਰੈਕਟਰ ਅਸੈਸੀਨੇਸ਼ਨ ਦੇ ਵਾਸਤੇ ਤੁਸੀਂ ਉਹਨਾਂ ਨੂੰ ਕਦੇ ਨਹੀਂ ਡਾਂਟਿਆ, ਕੋਈ ਬਿਆਨ ਨਹੀਂ ਦਿੱਤਾ, ਕਿਸੇ ਨੂੰ ਖਾਮੋਸ਼। ਇੱਕ ਪੁਰਾਣਾ ਮੇਰਾ ਖਿਆਲ ਰਿਵਾਜ ਹੈ, ਜਦ ਪੋਲੀਟੀਕਲ ਲੀਡਰ ਕੋਈ ਇਹਦੇ ਤੋਂ ਅਲੱਗ ਜੇ ਹੁੰਦਾ, ਨਾਰਾਜ਼ ਹੁੰਦਾ ਨਾ, ਤਾਂ ਆਮ ਬੰਦੇ ਹੁੰਦੇ ਨੇ ਇਹ ਜਿਹੇ 2-4 ਜਿਨ੍ਹਾਂ ਨੂੰ ਮਗਰ ਪਾ ਦਿੰਦੇ ਨੇ 5-7 ਵੀ ਚਲ ਤੂੰ ਬੋਲੀ ਜਾ, ਕੋਈ ਗੱਲ ਨਹੀਂ, ਬਾਅਦ ਦੇ ਵਿੱਚ ਕਹਿ ਦਾਂਗੇ ਜੋ ਵੀ ਚੀਜ਼ਾਂ ਨੇ। ਇੱਕ ਇਹ ਗੱਲ ਵੀ ਇਹ ਕਾਫੀ ਹਾਰਡ ਗੱਲ ਸੀ ਜਿਹੜੀ ਉਸ ਪੱਧਰ ਦੇ ਉੱਤੇ ਉਹਨਾਂ ਨੇ ਕਹੀ ਵੀ ਤੁਸੀਂ ਇਹਦਾ ਮਤਲਬ ਤੁਹਾਡੀ ਸਹਿਮਤੀ ਹੈ ਫਿਰ ਜੇ ਉਹ ਬੰਦੇ ਬੋਲਦੇ ਨੇ ਤੁਸੀਂ ਉਹਨਾਂ ਨੂੰ ਹਟਾ ਨਹੀਂ ਰਹੇ। ਤੇ ਇਦੋਂ ਬਾਅਦ ਲਗਾਤਾਰ ਇਜ਼ਹਾਰ ਆਲਮ, ਸਮੇਧ ਸੈਣੀ, ਰਾਮ ਰਹੀਮ ਦਾ ਕੇਸ ਬੇਡਰਾ ਕਰਨਾ ਬਠਿੰਡੇ ਦਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਝੁੰਦਾ ਕਮੇਟੀ ਦੀ ਰਿਪੋਰਟ ਤੱਕ ਡਿਫਰੈਂਟ ਟਾਈਪ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਸਾਰੀਆਂ ਉਹਨਾਂ ਨੇ ਕੱਲੀ ਕੱਲੀ ਗਿਣਾਈ ਕਿ ਆਹ ਗੱਲਾਂ ਨੇ ਭਾਈ ਸਾਹਿਬ ਜਿਹੜੀਆਂ ਤੇ ਕਦੇ ਧਿਆਨ ਦਿੱਤਾ ਹੀ ਨਹੀਂ, ਕਿਸੇ ਦੀ ਸੁਣਵਾਈ ਉਹ ਨਹੀਂ ਹੋਈ, ਕਿਸੇ ਨੇ ਗੱਲ ਹੀ ਨਹੀਂ ਕੀਤੀ ਕਦੇ। ਇਹ ਪੰਥਕ ਸਿਆਸਤ ਦੇ ਉਲਟ ਗਈਆਂ ਨੇ ਤੇ ਇਹਦੇ ਕਰਕੇ ਹੁਣ ਹਾਲ ਇਹ ਹੈ ਤੇ ਅਸੀਂ ਦੱਸੋ ਕੀ ਕਰੀਏ। ਤੇ ਉਦੋਂ ਅਗਲੀ ਗੱਲ ਜਿਹੜੀ ਉਹਨਾਂ ਨੇ ਕੀਤੀ, ਜਿਹੜੀ ਬਹੁਤ ਖੂਬਸੂਰਤ ਮੈਨੂੰ ਲੱਗੀ ਸੀ ਇਹ ਉਸ ਲੈਵਲ ਦੇ ਉੱਤੇ, ਉਹ ਕਹਿ ਰਹੀਆਂ ਨੇ ਕਿ ਇੱਕ ਗੱਲ ਤੁਹਾਨੂੰ ਅਸੀਂ ਕਲੀਅਰ ਕਰਦੇ ਹਾਂ ਕਿ ਖਾਸ ਤੌਰ ਤੇ ਹੁਣ ਇਦੋਂ ਬਾਅਦ ਸਾਡੇ ਚੋਂ ਆ ਜਿਹੜੀਆਂ ਬੈਠੀਆਂ ਸੀ ਕੋਈ ਵੀ ਕੋਈ ਅਹੁਦਾ ਨਹੀਂ ਲਊਗਾ, ਕਿਉਂਕਿ ਫਿਰ ਲੋਕਾਂ ਨੂੰ ਐਂ ਲੱਗੂਗਾ, ਮੈਸੇਜ ਇਹ ਜਾਊਗਾ ਵੀ ਹਰ ਬੰਦਾ ਲੜਾਈ ਲੜਦਾ ਅਹੁਦੇ ਵਾਸਤੇ, ਇਸ ਲਈ ਕਦੇ ਕਿਤੇ ਤੁਸੀਂ ਐ ਟਰਾਈ ਵੀ ਕਰੋ ਅਹੁਦੇਦਾਰ ਲੜਨ ਦੀ, ਅਸੀਂ ਉਹਨੂੰ ਸਵੀਕਾਰ ਨਹੀਂ ਕਰਨਾ, ਤੁਹਾਨੂੰ ਹੋਰ ਵੀ ਮਾੜਾ ਨਾ ਲੱਗੇ ਕਿਤੇ, ਉਦੋਂ ਇਹ ਚੁੱਪ ਹੀ ਰਹੋ ਇਹਦੇ ਲਈ। ਇਹ ਇੱਕ ਸਿਸਟਮ ਹੈ, ਅਕਾਲੀ ਦਲ ਦੇ ਕਨਸਟੀਟਿਊਸ਼ਨ ਦੇ ਮੁਤਾਬਕ ਲੀਡਰਸ਼ਿਪ ਆਉਣ ਦਿਓ, ਚੁਣ ਲਓ, ਤੇ ਜਿਹੜੇ ਵੀ ਆ ਜਾਣਗੇ ਕੋਈ ਹੋਰ ਨੇ, ਜਿਹੜੇ ਵੀ ਅਕਾਲੀ ਦਲ ਦੇ ਮੈਂਬਰ ਨੇ, ਬੀਬੀਆਂ ਨੇ, ਬਾਕੀ ਜਿਹੜੇ ਮਰਜ਼ੀ ਆਉਣ, ਤੇ ਉਹਨਾਂ ਨੂੰ ਤੁਸੀਂ ਉਸ ਲੈਵਲ ਦੀ ਗੱਲ ਕਰੋ। ਤੇ ਇੱਕ ਹੋਰ ਬੀਬੀਆਂ ਨਾਲ ਪਾਰਟੀ ਦੇ ਅੰਦਰ ਜਿਹੜੀ ਗੱਲ ਹੈ, ਮੈਨੂੰ ਲੱਗਦਾ ਉਹ ਸਾਰੀਆਂ ਪਾਰਟੀਆਂ ਦੇ ਅੰਦਰ ਵੀ ਹੈ, ਸ਼ਾਇਦ ਇਕੱਲਾ ਇਸ ਪਾਰਟੀ ਦੇ ਅੰਦਰ ਨਹੀਂ, ਉਹਨਾਂ ਨੇ ਜਿਹੜੀ ਗੱਲ ਕੀਤੀ ਉਹ ਇਹ ਗੱਲ ਕੀਤੀ ਕਿ ਜਦੋਂ ਟਿਕਟਾਂ ਦੇਣੀਆਂ ਨੇ, ਟਿਕਟਾਂ ਕੱਟਣੀਆਂ ਨੇ, ਉਹਨਾਂ ਦੀ ਉਦੋਂ ਬਣੀ। ਭੁਪਿੰਦਰਜੀਤ ਦਾ ਵੀ ਨਾਂ ਲਿਆ ਕਿ ਉਹਨਾਂ ਨੂੰ ਤੁਸੀਂ ਸਿਹਤ ਦੇ ਨਾਂ ਤੇ ਕੱਟਦੀ, ਘੱਟੋ ਘੱਟ ਫਿਰ ਟਿਕਟ ਤਾਂ ਉਹਦਾ ਕਹੇ ਤੇ ਦੇ ਦਿੰਦੇ, ਉਹ ਬੜੀ ਪੁਰਾਣੀ ਲੀਡਰ ਸੀਗੀ ਉਸ ਲੈਵਲ ਤੇ। ਮਹਿੰਦਰ ਕੌਰ ਜੋਸ਼ ਦੇ ਮਾਮਲੇ 'ਚ ਫਿਰ ਬੀਬੀ ਜਗੀਰ ਕੌਰ ਨੂੰ ਤੁਸੀਂ ਐਂ ਕੱਢਤਾ, ਜੇ ਚੋਣ ਲੜ ਵੀ ਲੈਂਦੇ ਆ ਇਕੱਠੇ ਹੀ ਰਹਿੰਦੇ, ਹੁਣ ਫਿਰ ਕੀ ਫਰਕ ਪੈ ਜਾਣਾ ਸੀਗਾ। ਕਾਂਗਰਸ ਨੇ ਵੀ ਤਾਂ ਕੀਤੀ ਉਹ ਸ਼ਸ਼ੀ ਥਰੂਰ ਵਿੱਚ ਹੀ ਹੈ ਨਾ, ਲੜਕੇ ਕਾਂਗਰਸ ਦਾ ਤਾਂ ਹੈਗਾ ਹੀ ਹੈ, ਉਹਦੇ ਨਾਲ ਕੀ ਫਰਕ। ਇਹ ਸਾਰੀਆਂ ਗੱਲਾਂ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਅਕਾਲੀ ਲੀਡਰ 'ਚ ਜਾਂ ਕਿਸੇ ਹੋਰ ਬੰਦੇ 'ਚ ਕੋਈ ਇੰਨੀ ਹਿੰਮਤ ਹੈ, ਕੈਟਾਗਰੀਕਲੀ ਉਹ ਸਾਰੀਆਂ ਪੁਆਇੰਟ ਵਾਈਜ਼ ਐ ਰੱਖ ਦੇਣਗੇ, ਜਿਵੇਂ ਹਰਸਿਮਰਤ ਕੌਰ ਬਾਦਲ ਨੇ ਪੁਆਇੰਟ ਵਾਈਜ਼ ਨਾ ਪਾਰਲੀਮੈਂਟ 'ਚ ਰੱਖਿਆ। ਔਰ ਮੈਨੂੰ ਤਾਂ ਲੱਗਦਾ ਵਿੱਚ ਬਹੁਤ ਬੀਬੀਆਂ ਨੇ, ਜੇ ਬੀਬੀਆਂ ਨੂੰ ਭੇਜ ਦੇਣ ਕਿਤੇ ਅਸੈਂਬਲੀ ਪਾਰਲੀਮੈਂਟ ਦੇ ਵਿੱਚ ਪੁਆਇੰਟ ਵਾਈਜ਼, ਸ਼ਾਇਦ ਜ਼ਿਆਦਾ ਬੈਟਰ ਗੱਲ ਕਰਨਗੀਆਂ ਕਿਸੇ ਵੀ ਮਾਮਲੇ 'ਚ ਕਦੇ ਵੀ ਉਸ ਲੈਵਲ ਦੇ ਉੱਤੇ ਗੱਲ ਕਰਕੇ। ਇਹ ਕਾਫੀ ਹੱਦ ਤੱਕ ਮੇਰੇ ਖਿਆਲ ਹੈ ਜਿਹੜੀਆਂ ਚੀਜ਼ਾਂ ਸੀ ਉਹਨਾਂ ਨੂੰ ਇਹੀ ਹੈ ਕਿ ਅਸੀਂ ਪੰਥ ਨਾਲ ਆ, ਘਰ ਬੈਠ ਜਾਾਂਗੇ, ਕਿਸੇ ਹੋਰ ਪਾਰਟੀ ਜਾਣ ਦਾ ਸਵਾਲ ਨਹੀਂ, ਅਕਾਲੀ ਦਲ ਨਾਲ ਆ, ਕਿਤੇ ਗੱਲ ਨਹੀਂ ਹੈ ਵੀ ਕਿਤੇ ਹੋਰ ਚਲੇ ਜਾਓ, ਇੱਧਰ ਚਲੇ ਜਾਓ, ਉੱਧਰ ਚਲੇ ਜਾਓ, ਅਸੀਂ ਗਰਾਊਂਡ ਤੇ ਸਮਾਜਿਕ ਕੰਮ ਕਰ ਲਾਂਗੇ ਜੇ ਪੋਲੀਟੀਕਲ ਨਹੀਂ ਹੋਊਗਾ। ਪਰ ਇਹ ਜੱਦੋ ਜਹਿਦ ਜਾਰੀ ਰਹੂਗੀ ਕਿ ਅਕਾਲੀ ਦਲ ਦਾ ਰਿਵਾਈਵਲ ਹੋਵੇ ਤੇ ਉਹ ਆਪਣੀਆਂ ਰੀਅਲ ਟਰਮਜ਼ ਤੇ ਆਵੇ, ਸੋਚ ਦੇ ਤੌਰ ਤੇ ਢਾਂਚੇ ਦੇ ਤੌਰ ਜੀ। ਇਹਦੇ 'ਚ ਇੱਕ ਗੱਲ ਹੋਰ ਥੋੜੀ ਜਿਹੀ ਕਲੀਅਰ ਕਰ ਦਿਓ, ਜਦੋਂ ਇਹ ਮੀਟਿੰਗ ਚੱਲਦੀ ਆ ਤੇ ਉਸ ਮੀਟਿੰਗ ਦੇ ਵਿੱਚ 2 ਲੋਕ ਹੋਰ ਵੀ ਸੀਗੇ, ਗੱਲ ਤਾਂ ਇਹ ਵੀ ਆ ਰਹੀ ਸੀ ਕਿ ਸਿਕੰਦਰ ਸਿੰਘ ਮਲੂਕਾ ਵੀ ਸੀਗੇ, ਲੇਕਿਨ ਤੁਸੀਂ ਜ਼ਿਕਰ ਕੀਤਾ ਕਿ ਭੁੰਦਰ ਸਾਹਿਬ ਔਰ ਡਾਕਟਰ ਦਲਜੀਤ ਸਿੰਘ ਚੀਮਾ ਆ ਵੀ ਇਹ ਮੀਟਿੰਗ ਦੇ ਵਿੱਚ ਸਿਰਫ ਭੁੰਦਰ ਸਾਹਿਬ ਨੇ ਕਿਹਾ ਕਿ ਬੀਬੀਆਂ ਨੂੰ ਕਿ ਪਾਰਟੀ ਪ੍ਰਧਾਨ ਨੇ ਉਹਨਾਂ ਨੇ ਕੋਈ ਸੋਚ ਸਮਝ ਕੇ ਪਾਰਟੀ ਦੇ ਹਿੱਤ 'ਚ ਫੈਸਲਾ ਕੀਤਾ ਹੋਊਗਾ ਜੀ, ਤੁਸੀਂ ਥੋੜਾ ਜਿਹਾ ਮੂਡ ਆਪਣਾ ਠੀਕ ਕਰੋ, ਤੁਸੀਂ ਇਹ ਗੱਲਾਂ ਹੋਈਆਂ। ਲੇਕਿਨ ਉਸ ਤੋਂ ਬਾਅਦ ਡਾਕਟਰ ਦਲਜੀਤ ਸਿੰਘ ਚੀਮਾ ਨਾਲ ਇਹਨਾਂ ਦੀ ਇੱਕ ਮੀਟਿੰਗ ਹੋਰ ਹੁੰਦੀ ਹੈ। ਸ਼ਾਇਦ ਪਹਿਲੀ ਮੀਟਿੰਗ 'ਚ ਇਹ ਵੀ ਕਿਹਾ ਗਿਆ ਸੀ ਕਿ ਤੁਸੀਂ ਬਾਹਰ ਜਾ ਕੇ ਪ੍ਰੈਸ ਕਾਨਫਰੰਸ ਨਾ ਕਰਿਓ, ਤੇ ਉਹਨਾਂ ਨੇ 10 ਦਿਨ ਦਾ ਜਾਂ ਹਫ਼ਤੇ ਦਾ ਟਾਈਮ ਲਿਆ ਸੀ ਉੱਥੋਂ। ਪਰ ਇਹ ਬੀਬੀਆਂ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਮਿਲਣ ਤੋਂ ਬਾਅਦ ਫਿਰ ਪ੍ਰੈਸ ਕਾਨਫਰੰਸ ਵੀ ਕਰਦੀਆਂ। ਇਹਦੇ ਨਾਲ ਅੱਗੇ ਨਾਲੋਂ ਰਫੜ ਥੋੜਾ ਵੱਡਾ ਵੀ ਹੋਇਆ ਜੀ। ਇਹਦੇ ਨਾਲ ਜਿਹੜੀ ਲੀਡਰਸ਼ਿਪ ਦੇ ਵਿੱਚ ਜਿਹੜੀ ਖੇਮੇਬੰਦੀ ਹੋ ਰਹੀ ਆ, ਆਪਾਂ ਉਹਨੂੰ ਵੀ ਧਿਆਨ 'ਚ ਰੱਖ ਸਕਦੇ। ਮੈਨੂੰ ਲੱਗਦਾ ਇਹਦੇ 'ਚ ਇਹ ਹੈ ਕਿ ਡਾਕਟਰ ਦਲਜੀਤ ਚੀਮਾ ਕੁਝ ਨਹੀਂ ਬੋਲੇ ਕਿਸੇ ਵੀ ਮਾਮਲੇ ਤੇ ਪੂਰੀ ਮੀਟਿੰਗ 'ਚ, ਜੋ ਮੈਨੂੰ ਪਤਾ ਲੱਗਿਆ। ਤੇ ਬਾਕੀ ਨੇ ਭੁੰਦਰ ਸਾਹਿਬ ਨੇ ਬਜ਼ੁਰਗੀ ਵਾਲੀ ਗੱਲ ਕੀਤੀ, ਉਨੀ ਕੁ ਬਸ ਬਹਿ ਕੇ, ਜਿਵੇਂ ਐ ਹੁੰਦਾ ਵੀ ਦੇਖੋ ਪਾਰਟੀ ਵੱਡੀ ਹੋਏ, ਆਪਾਂ ਨੂੰ ਰਲ ਮਿਲ ਕੇ ਇਹਨਾਂ ਨੇ ਕੋਈ ਚੰਗਾ ਸੋਚ ਕੇ ਕੀਤਾ ਹੋਣਾ, ਜਿਵੇਂ ਕਰਦੇ ਨੇ, ਮਤਲਬ ਇੱਕ ਆਮ ਗੱਲ ਹੁੰਦੀ ਹੈ ਜਦੋਂ ਥੋੜਾ ਜਿਹਾ ਕੋਈ ਗੱਲ ਉਸ ਲੈਵਲ ਤੇ ਕਰਨੀ ਹੁੰਦੀ ਹੈ। ਦੂਜੀ ਗੱਲ ਇਹ ਹੈ ਕਿ ਉਹਨਾਂ ਨੇ ਬੀਬੀਆਂ ਨੇ ਇੱਕ ਕੰਡੀਸ਼ਨ ਰੱਖੀ ਸੀ
ਕੰਡੀਸ਼ਨ ਇਹ ਰੱਖੀ ਸੀ ਕਿ ਪਹਿਲਾਂ ਸਾਨੂੰ ਇਹ ਯਕੀਨ ਦਿਵਾਓ ਕਿ ਬੀਬੀ ਹਰਗੋਬਿੰਦ ਕੌਰ ਵੀ ਜ਼ਿਲ੍ਹੇ ਜ਼ਿਲ੍ਹੇ ਨਹੀਂ ਫਿਰੂਗੀ ਆਪਣੇ ਮੱਥਾ ਟੇਕਦੀ ਜਾਂ ਫੈਕਚਰ ਕਰਦੀ, ਤਾਂ ਉਹਨਾਂ ਚਿਰ ਅਸੀਂ ਰੁਕ ਜਾਵਾਂਗੇ। ਉਹ ਸ਼ਾਇਦ ਸੋਲਿਡ ਹੁੰਗਾਰਾ ਉਹਨਾਂ ਨੂੰ ਨਹੀਂ ਮਿਲਿਆ ਉਹ ਹੈ ਜਿਹਾ, ਤੇ ਜਿਹਦੇ ਕਰਕੇ ਫਿਰ ਉਹਨਾਂ ਨੇ ਵੀ ਸੋਚ ਕੇ ਕੁਝ ਬੀਬੀਆਂ ਪ੍ਰੈਸ ਕਾਨਫਰੰਸ ਕਰਨ ਲੱਗ ਗਿਆ, ਕੁਝ ਡਾਕਟਰ ਚੀਮਾ ਕੋਲ ਬਹਿ ਗਈਆਂ, ਉੱਥੇ ਹੀ ਕੀਤੀ ਦੂਜੇ ਕਮਰੇ 'ਚ ਪ੍ਰੈਸ ਕਾਨਫਰੰਸ। ਤੇ ਉਹਨਾਂ ਨੇ ਉਹਨਾਂ ਹੀ ਦੱਸਿਆ, ਉਹਨਾਂ ਨੇ ਇੱਕ ਸਟੈਂਡ ਦੱਸਿਆ ਬਸ। ਸਭ ਤੋਂ ਬੜੀ ਗੱਲ ਤਾਂ ਇਹੀ ਹੈ ਨਾ ਕਿ ਜਿਹੜਾ ਹਫ਼ਤੇ 'ਚ ਕੋਈ ਗੱਲ ਨਹੀਂ, ਹਫ਼ਤਾ ਲੈ ਲਓ, 10 ਦਿਨ ਲੈ ਲਓ, ਸਾਨੂੰ ਕੋਈ ਇਤਰਾਜ਼ ਹੀ ਨਹੀਂ। ਇਹ ਕਿਹੜਾ ਕੋਈ ਅੱਜ ਦੀ ਗੱਲ ਹੈ। ਜੇ ਬੀਬੀ ਹਰਗੋਬਿੰਦ ਕੌਰ ਨਹੀਂ ਹਟਾਈ ਜਾਂਦੀ ਤਾਂ ਸਾਡਾ ਕੋਈ ਕੰਪਰੋਮਾਈਜ਼ ਨਹੀਂ। ਤੇ ਫਿਰ ਅਸੀਂ ਆਪਣੇ ਢੰਗ ਨਾਲ ਅਗਲਾ ਪ੍ਰੋਗਰਾਮ ਤੈਅ ਕਰਾਂਗੇ ਕਿ ਅੱਗੇ ਆਪਾਂ ਕੀ ਕਰਨਾ, ਸਟੇਟ ਦੇ ਵਿੱਚ ਕਿਸ ਤਰੀਕੇ ਨਾਲ ਵਿਚਰਨਾ ਹੈ। ਇਹ ਗੱਲ ਪ੍ਰਧਾਨ ਜੀ ਦੇ ਮੂੰਹ ਤੇ ਬੀਬੀਆਂ ਦਾ ਸਮੂਹ ਕਰਕੇ ਆਇਆ ਪੂਰੀ ਤਰ੍ਹਾਂ, ਇੱਕ ਟਾਰਗੇਟ ਡੇਟ ਦੇ ਕੇ। ਜੀ ਸਰਦਾਰ ਜਗਤਾਰ ਸਿੰਘ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਦੇਖਣਾ ਪਊਗਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਖਾਸਾ ਕੀ ਹੈ। ਇਹ ਇੱਕ ਸਿਧਾਂਤਕ ਪਾਰਟੀ ਹੈ ਤੇ ਸਿੱਖ ਕੰਸਰਨਸ ਇਹ ਪਾਰਟੀ ਹਮੇਸ਼ਾ ਟੇਕ ਅਪ ਕਰਦੀ ਰਹੀ ਹੈ। ਹੁਣ ਜਿਵੇਂ ਹਜ਼ੂਰ ਸਾਹਿਬ ਦੇ ਗੁਰਦੁਆਰਾ ਆਪਣੇ ਤਖਤ ਸਾਹਿਬ ਦੀ ਗੱਲ ਹੋਈ ਕਿ ਉੱਥੇ ਨਾਨ ਸਿੱਖ ਨੂੰ ਲਾਤਾ ਗਿਆ ਚੇਅਰਮੈਨ, ਇਹ ਇਸ਼ੂਜ਼ ਇਹੋ ਜਿਹੇ ਅਕਾਲੀ ਦਲ ਨੇ ਟੇਕ ਅਪ ਕਰਨੇ ਹੁੰਦੇ ਆ। ਇਸੇ ਕਰਕੇ ਮੈਂ ਲਗਾਤਾਰ ਕਹਿਣਾ ਹੁੰਦਾ ਕਿ ਸਿੱਖਾਂ ਨੂੰ ਤੇ ਪੰਜਾਬ ਨੂੰ ਇੱਕ ਤਕੜੇ ਅਕਾਲੀ ਦਲ ਦੀ ਹਮੇਸ਼ਾ ਹੀ ਲੋੜ ਰਹੇਗੀ। ਉਸ ਖਾਸੇ ਦੇ ਵਿੱਚੋਂ ਇੱਕ ਐਸਪੈਕਟ ਅਕਾਲੀ ਦਲ ਦਾ ਇਲੈਕਸ਼ਨ ਲੜਦਾ ਹੈ। ਇਹ ਮੇਨ ਐਸਪੈਕਟ ਨਹੀਂ ਹੈ। ਹੋਇਆ ਇਹ ਹੈ ਕਿ ਪਿਛਲੇ 1996 ਤੋਂ ਬਾਅਦ ਖਾਸ ਕਰਕੇ ਅਕਾਲੀ ਦਲ ਦੀ ਸਿੰਗਲ ਪੁਆਇੰਟ ਏਜੰਡਾ ਰਹਿ ਗਿਆ ਕਿ ਇਲੈਕਸ਼ਨਾਂ ਕਿਵੇਂ ਜਿੱਤਣੀਆਂ। ਜਿਹੜੀ ਬੇਸਿਕ ਅਕਾਲੀ ਦਲ ਦਾ ਸਿਧਾਂਤ ਸੀ ਉਹ ਤੋਂ ਇਹ ਪਾਰਟੀ ਹੌਲੀ ਹੌਲੀ ਦੂਰ ਹੁੰਦੀ ਚਲੀ ਗਈ। ਤੇ ਉਹਦੇ ਵਿੱਚੋਂ ਫਿਰ ਇਹ ਨਿਕਲਿਆ ਕਿ ਕਿਸ ਢੰਗ ਨਾਲ ਕਿਹੜੀ ਸਟ੍ਰੈਟਜੀ ਵਰਤ ਕੇ ਆਪਾਂ ਪਾਵਰ ਦੇ ਵਿੱਚ ਰਹਿ ਸਕਦੇ ਹਾਂ। ਉਹਦੇ ਵਿੱਚ ਜਦੋਂ ਸਿਧਾਂਤ ਖਤਮ ਹੋ ਜਾਣ ਫਿਰ ਕਈ ਵਾਰੀ ਜਿਹੜੇ ਸਿਧਾਂਤਕ ਲੀਡਰ ਹੁੰਦੇ ਆ ਉਹਨਾਂ ਦੀ ਵੈਲਿਊ ਵੀ ਖਤਮ ਹੋ ਜਾਂਦੀ ਹੈ। ਹੁਣ ਇੱਥੇ ਵੀ ਇਹੀ ਹੋਇਆ ਲੱਗਦਾ ਵਿਮਨ ਦੇ ਮਾਮਲੇ 'ਚ। ਇਹ ਪਹਿਲੀ ਵਾਰੀ ਹੈ ਕਿ ਪਾਰਟੀ ਦੇ ਇੱਕ ਸੈਕਸ਼ਨ ਨੇ ਬੇਸਿਕ ਇਸ਼ੂਜ਼ ਪਾਰਟੀ ਦੇ ਟੇਕ ਅਪ ਲੀਡਰਸ਼ਿਪ ਦੇ ਨਾਲ ਕੀਤੇ ਆ। ਇਹ ਓਵਰਨਾਈਟ 3 ਸੀਟਾਂ ਤਾਂ ਨਹੀਂ ਪਹੁੰਚੇ ਜਾਂ ਪਾਰਟੀ ਇਸ ਤਰ੍ਹਾਂ ਡਾਇਲੂਟ ਨਹੀਂ ਹੋਈ। ਇੱਕ ਲੰਬਾ ਪ੍ਰੋਸੈਸ ਹੈ। 1996 ਤੋਂ ਸ਼ੁਰੂ ਹੁੰਦਾ। ਮੈਂ ਉਹਦੇ ਵਿੱਚ ਭੈੜਾ ਨਹੀਂ ਚਾਹੁੰਦਾ ਜੀ। ਤੇ ਉਹਦੇ ਵਿੱਚ ਉਸੇ ਜਿਹੜੀ ਸਿਆਸਤ ਸੀ 96 ਤੋਂ ਬਾਅਦ ਨਿਕਲੀ ਹੈ, ਉਹਦੇ ਵਿੱਚ ਉਹੀ ਸਮੇਤ ਸਿਆਣੀ ਵਰਗੇ ਲੋਕ DGP ਲਾਏ ਇਹਨਾਂ ਨੇ। ਮੈਂ ਜਿਹੜੀ ਗੱਲ ਪਹਿਲਾਂ ਕੀਤੀ ਕਿ 1997 ਦੇ ਵਿੱਚ ਜਦੋਂ ਇਹਨਾਂ ਨੇ ਕਿਹਾ ਜਿਹੜਾ ਸਿੱਖ ਸੰਘਰਸ਼ ਸੀ ਇਹ ਪ੍ਰੌਕਸੀ ਵਾਰ ਸੀ ਤੇ ਸੁਖਬੀਰ ਸਿੰਘ ਬਾਦਲ ਬਾਅਦ ਦੇ ਵਿੱਚ ਵੀ ਉਹੀ ਲਾਏ ਲੈਂਦੇ ਰਹੇ, ਉਹ ਸਾਰੀ ਉਹਦੇ ਵਿੱਚੋਂ ਨਿਕਲੀ ਹੋਈ ਹੈ। ਕੀ ਹੁਣ ਉਹਨਾਂ ਨੇ ਉਹ ਸਾਰੀ ਗੱਲ ਨੂੰ ਰੀਥਿੰਕ ਕੀਤਾ? ਕੋਈ ਮੀਟਿੰਗ ਤਾਂ ਹੋਈ ਨਹੀਂ। ਅੱਜ ਕੱਲ ਅਕਾਲੀ ਦਲ ਵਨ ਵੇ ਟ੍ਰੈਫਿਕ ਹੈ। ਇਹਦੇ ਵਿੱਚ ਮੀਟਿੰਗ ਕਦੇ ਕਦੇ ਕੋਈ ਹੋ ਜਾਂਦੀ ਹੈ, ਉਹ ਵੀ ਗਿਣੇ ਜਿਹੇ ਬੰਦੇ ਆ 5-7, ਤੇ ਉਹ ਗੱਲ ਵੀ ਉੱਥੇ ਤਕਰੀਬਨ ਉਹੀ ਹੁੰਦੀ ਹੈ ਜਿਹੜੀ ਪਾਰਟੀ ਪ੍ਰਧਾਨ ਨੂੰ ਚੰਗੀ ਲੱਗਦੀ ਹੈ। ਕੋਈ ਬਹਿ ਕੇ ਕਦੇ ਸਿਧਾਂਤਕ ਗੱਲਾਂ ਇਸ ਪਾਰਟੀ ਨੇ ਹੁਣ ਨਹੀਂ ਕੀਤੀਆਂ, ਜਿਵੇਂ ਪਹਿਲਾਂ ਹੁੰਦੀਆਂ ਸੀ। ਹੁਣ ਇਹ ਇਸ ਗੱਲੋਂ ਵਧੀਆ ਹੋਇਆ ਕਿ ਬੀਬੀਆਂ ਨੇ ਜਿਹੜੇ ਬੇਸਿਕ ਸਿਧਾਂਤਕ ਇਸ਼ੂਜ਼ ਹੈਗੇ ਆ ਉਹ ਟੇਕ ਅਪ ਕੀਤੇ। ਕੀ ਇਹਨਾਂ ਇਸ਼ੂਜ਼ ਤੇ ਡਿਸਕਸ਼ਨ ਹੋਏਗੀ? ਗੱਲ ਇੱਥੇ ਖੜੀ ਹੈ ਕਿ ਪਾਰਟੀ ਸਿਧਾਂਤਕ ਪੈਂਤੜੇ ਆਪਾਂ ਠੀਕ ਕਰੇਗੀ ਜੇ ਬੀਬੀ ਹਰਸਿਮਰਤ ਕੌਰ ਬਾਦਲ ਹਾਊਸ ਦੇ ਵਿੱਚ ਅੱਜ ਇਸ਼ੂਜ਼ ਬੇਸਡ ਗੱਲ ਕਰ ਸਕਦੇ ਹੈ ਤੇ ਪਾਰਟੀ ਆਪਣੀ ਮੀਟਿੰਗ ਬੁਲਾ ਕੇ ਆਪਣਾ ਰਿਵਿਊ ਕਿਉਂ ਨਹੀਂ ਕਰ ਸਕਦੀ? ਅੱਜ ਤੱਕ ਪਾਰਟੀ ਨੇ ਇਹ ਤਾਂ ਰਿਵਿਊ ਵੀ ਨਹੀਂ ਕੀਤਾ। ਝੁੰਦਾ ਕਮੇਟੀ ਤਾਂ ਬਣ ਗਈ, ਆਪਣੀ ਮੀਟਿੰਗ ਬੁਲਾ ਕੇ ਇਹ ਨਹੀਂ ਹੁਣ ਤੱਕ ਡਿਸਕਸ ਕੀਤਾ ਕਿ ਬਾਈ ਦੀ ਇਲੈਕਸ਼ਨ ਦੇ ਵਿੱਚ ਹਾਰ ਕਿਉਂ ਹੋਈ। ਜਦ ਤੱਕ ਤੁਸੀਂ ਉਹ ਇੰਟਰੋਸਪੈਕਸ਼ਨ ਨਹੀਂ ਕਰਦੇ ਉਦੋਂ ਤੱਕ ਤਾਂ ਅਗਲੀ ਲਾਈਨ ਨਿਕਲਦੀ ਨਹੀਂ ਗਈ। ਇਸੇ ਕਰਕੇ ਗਲਤੀ ਦਰ ਗਲਤੀ ਹੁੰਦੀ ਜਾ ਰਹੀ ਹੈ। ਇਹ ਇਸ਼ੂ ਹੁਣ ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਮੇਰੇ ਖਿਆਲ ਦੇ ਵਿੱਚ ਇੱਕ ਬਰਾਡਰ ਮੀਟਿੰਗ ਬੁਲਾ ਕੇ ਇਹ ਸਾਰੇ ਇਸ਼ੂਜ਼ ਉੱਥੇ ਡਿਸਕਸ ਕਰਨ ਤੇ ਉੱਥੇ ਫੈਸਲੇ ਲੈਣ, ਨਾ ਕਿ ਆਪਣੇ ਘਰ ਬੈਠ ਕੇ ਬੀਬੀ ਦਾ ਫੈਸਲਾ ਲੈਣ। ਜਦੋਂ ਅਸੀਂ ਹੁਣ ਇਸ ਪ੍ਰੋਗਰਾਮ ਨੂੰ ਵਾਈਂਡ ਅਪ ਕਰ ਰਹੇ ਹਾਂ, ਉਸ ਵੇਲੇ ਦੇਸ਼ ਦੇ ਗ੍ਰਹਿ ਮੰਤਰੀ ਨੇ ਬੇਭਰੋਸਗੀ ਮਤੇ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਹੈ। ਸੋ ਅੱਜ ਲਈ ਇੰਨਾ ਹੀ। ਅਸੀਂ ਜਿਹੜੀ ਅਪਡੇਟ ਹੁੰਦੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਹਾਂ, ਵਿਆਖਿਆ ਦੇ ਨਜ਼ਰੀਏ ਤੋਂ, ਬਹਿਸ ਦੇ ਨਜ਼ਰੀਏ ਤੋਂ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ। ਸ਼ੁਕਰੀਆ ਜੀ।